बिस्तर लाओ सिद्धू, इत्थे बिस्तर इस ऑफिस च बिस्तर लाओ ते विरोधियों का धब्बा बिस्तर गोल करो ते नारा गूंजू हर वर्कर दे दिलों कि जीजा सारा रह नहीं देना, कोठे ते टोटा तय। ਨਵਜੋਤ ਸਿੰਘ ਸਿੱਧੂ ਦੁਬਾਰਾ ਟਵੀਟਾਂ ਤੇ ਆ ਸਕਦਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸਿੱਧੂ ਨੂੰ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਔਰ ਸੋਨੀਆ ਗਾਂਧੀ ਨੇ, ਔਰ ਸਿੱਧੂ ਉਸ ਜ਼ਿੰਮੇਵਾਰੀ ਤੇ ਕਿਤੇ ਸਮਝੌਤਾ ਨਹੀਂ ਕਰੂਗਾ ਜੋ ਮੈਨੂੰ ਲੱਗਦਾ ਹੈ। ਸਿੱਧੂ ਪੂਰੀ ਵਾਹ ਲਾ ਦੂਗਾ ਵੀ ਇਹਨਾਂ 18 ਚੋਂ ਕਿੰਨੇ ਏਜੰਡੇ ਲਾਗੂ ਹੁੰਦੇ ਨੇ। ਹਰੇਕ ਵਿਆਹ 'ਚ ਜਿਵੇਂ ਹੁੰਦੇ ਨਾ, ਕੋਈ ਕਹਿੰਦਾ ਜੀ ਆ ਪਰਿਵਾਰ ਦਾ ਫੁੱਫੜ ਸਵੇਰੇ ਰੁੱਸ ਜਾਂਦਾ, ਸ਼ਾਮ ਨੂੰ ਮਨਾਈਦਾ, ਸਵੇਰੇ ਫਿਰ ਰੁੱਸ ਜਾਂਦਾ। ਇੱਕ ਮੰਤਰੀ ਜਿਹੜਾ ਨਾਰਾਜ਼ ਰਹਿੰਦਾ ਸੀ ਸਿੱਧੂ ਨਾਲ, ਪਿੱਛੇ ਜੇ ਮੈਂ ਸੁਣਿਆ ਹੈ, ਉਹ ਤਾਂ ਸਿੱਧੂ ਦੀ ਕਾਰ 'ਚ ਬੈਠਾ ਸੀ। ਕਹਿੰਦੇ ਦੇਖੋ ਸਾਡੇ ਲੋਕਾਂ ਦੇ ਸਿਧਾਂਤ ਤੇ ਕਿਰਦਾਰ। ਡਾਕਟਰ ਦਲਜੀਤ ਸਿੰਘ ਚੀਮਾ ਪ੍ਰੈਸ ਕਾਨਫਰੰਸ ਕਰਦੇ ਨੇ, ਉਹ ਕਹਿੰਦੇ ਨੇ ਕਿ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਪਰ ਸਹੀ ਮਾਇਨਿਆਂ ਦੇ ਵਿੱਚ ਅੱਜ ਸਿੱਧੂ ਸਾਹਿਬ ਨੇ ਮੈਨੂੰ ਕਾਫੀ ਨਿਰਾਸ਼ ਕੀਤਾ। ਮੈਂ ਤਾਂ ਕਹੂੰਗਾ ਮਨਪ੍ਰੀਤ ਸਿੰਘ ਬਾਦਲ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਨੇ, ਸਾਡੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਨੇ, क्योंकि इन्होंने उचेचा ध्यान ही नहीं दिता बिजली वाले पासे। परखना मत, परखने से कोई अपना नहीं रहता। किसी भी आईने में देर तक चेहरा नहीं रहता। अरे ये बड़े वर्कर, बड़े लोगों को मिलने में जरा सा फासला रखना, दरिया जहां समंदर में मिला दरिया नहीं रहता। ਹੁਣ ਲੋਕ ਵਿਰੋਧੀ ਧਿਰਾਂ ਵਾਲੇ ਤਾਂ ਹੁਣੇ ਨਵਜੋਤ ਸਿੰਘ ਸਿੱਧੂ ਤੋਂ ਸਵਾਲ ਕਰਨ ਲੱਗੇ ਵੀ ਸਿੱਧੂ ਸਾਹਿਬ ਹੁਣ ਤੁਹਾਡੀ ਜ਼ਿੰਮੇਵਾਰੀ ਹੈ, ਹੁਣ ਅਗਲੇ 6 ਮਹੀਨੇ ਅਸੀਂ ਦੇਖਦੇ ਹਾਂ ਤੁਸੀਂ ਕਿਵੇਂ ਪਰਫਾਰਮ ਕਰਦੇ ਹੋ। ਦੇਖੋ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਪੜ ਛਾਣ ਦਾ ਖਾਸ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖੋ ਵੱਖਰੇ ਪੰਜਾਬ ਦੇ ਸਿਆਸੀ ਅਤੇ ਕਿਸਾਨਾਂ ਦੇ ਨਾਲ ਜੁੜੇ ਹੋਏ ਮਸਲੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਨਵਜੋਤ ਸਿੰਘ ਸਿੱਧੂ ਦੇ ਕੁਰਸੀ ਸੰਭਾਲ ਪ੍ਰੋਗਰਾਮ ਤੋਂ ਬਾਅਦ ਕਿਹੋ ਜਿਹਾ ਸਿਆਸਤ ਦੇ ਵਿੱਚ ਬਵਾਲ ਮਚਿਆ ਹੈ, ਕੀ ਕੁਝ ਪੰਜਾਬ ਦੀ ਸਿਆਸਤ ਦੇ ਵਿੱਚ ਹੈ ਤੇ ਕੀ ਕੁਝ ਕਾਂਗਰਸ ਦੀ ਅੰਦਰੂਨੀ ਸਿਆਸਤ ਦੇ ਵਿੱਚ ਹੈ, ਉਸ ਦੇ ਉੱਤੇ ਗੱਲਬਾਤ ਕਰਾਂਗੇ। ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇ ਕੀ ਵਾਕਿਆ ਹੀ ਜੋ ਤਸਵੀਰਾਂ ਵਿਖ ਰਹੀਆਂ ਨੇ ਉਸ ਮੁਤਾਬਿਕ ਹੋਏ ਨੇ ਜਾਂ ਹਜੇ ਵੀ ਕੜੱਤਣ ਅੰਦਰ ਬਚੀ ਹੋਈ ਹੈ, ਉਸ ਦੇ ਉੱਤੇ ਵੀ ਗੱਲਬਾਤ ਰਹੇਗੀ। ਗੱਲਬਾਤ ਕਿਸਾਨ ਅੰਦੋਲਨ ਦੇ ਦੂਜੇ ਦਿਨ ਦੀ ਕਿਸਾਨ ਸੰਸਦ ਦੇ ਉੱਤੇ ਵੀ ਪ੍ਰੋਗਰਾਮ ਦੇ ਵਿੱਚ ਰੱਖਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ ਕਰਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ। ਡੱਲਾ ਸਾਹਿਬ, ਜਿਸ ਤਰ੍ਹਾਂ ਦੀਆਂ ਤਸਵੀਰਾਂ ਕੱਲ੍ਹ ਸਟੇਜ ਦੇ ਉੱਤੋਂ ਨਜ਼ਰ ਆਈਆਂ ਨੇ, ਉਹ ਤਸਵੀਰਾਂ ਤੋਂ ਬਾਅਦ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲੱਗਦੀਆਂ ਨੇ ਕਿ ਕੜੱਤਣ ਹਜੇ ਤੱਕ ਖਤਮ ਨਹੀਂ ਹੋਈ, ਜੋ ਕੜੱਤਣ ਕਿਤੇ ਨਾ ਕਿਤੇ ਆਪਸ ਦੇ ਵਿੱਚ ਸੀ। ਤੁਹਾਨੂੰ ਕੀ ਲੱਗਦਾ ਹੈ ਕਿ ਉਹ ਮੁੱਕੀ ਹੈ ਜਾਂ ਹਜੇ ਰੇੜਕਾ ਅੱਗੇ ਚੱਲੂਗਾ? ਨਹੀਂ ਦੇਖੋ, ਪਹਿਲੀ ਤਾਂ ਗੱਲ ਇਹ ਹੈ ਕਿ ਹੁਣ ਮੁੱਦਿਆਂ ਦੀ ਲੜਾਈ ਹੈ ਜਿਹੜੀ ਉਹ ਕਾਂਗਰਸ 'ਚ ਚੱਲਣੀ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਤੇ ਬਹੁਤ ਵੱਡੀਆਂ ਚੁਣੌਤੀਆਂ ਨੇ ਕਿ ਹਾਈ ਕਮਾਂਡ ਦਾ 18 ਸੂਤਰੀ ਏਜੰਡਾ ਨਵਜੋਤ ਸਿੰਘ ਸਿੱਧੂ ਕਿਵੇਂ ਲਾਗੂ ਕਰਾਉਂਦੇ ਨੇ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਆਪਣੇ ਰਹਿੰਦੇ ਕਾਰਜਕਾਲ ਦੇ ਦੌਰਾਨ ਕਿੰਨੇ ਵਾਅਦੇ ਪੂਰੇ ਕਰਦੇ ਨੇ। 18 ਸੂਤਰੀ ਏਜੰਡਾ ਤਾਂ ਹਾਈ ਕਮਾਂਡ ਨਹੀਂ ਦਿੱਤਾ। ਹੁਣ ਲੋਕ ਵਿਰੋਧੀ ਧਿਰਾਂ ਵਾਲੇ ਤਾਂ ਹੁਣੇ ਨਵਜੋਤ ਸਿੰਘ ਸਿੱਧੂ ਤੋਂ ਸਵਾਲ ਕਰਨ ਲੱਗੇ ਵੀ ਸਿੱਧੂ ਸਾਹਿਬ ਹੁਣ ਤੁਹਾਡੀ ਜ਼ਿੰਮੇਵਾਰੀ ਹੈ, ਹੁਣ ਅਗਲੇ 6 ਮਹੀਨੇ ਅਸੀਂ ਦੇਖਦੇ ਹਾਂ ਤੁਸੀਂ ਕਿਵੇਂ ਪਰਫਾਰਮ ਕਰਦੇ ਹੋ। ਦੇਖੋ ਮੇਰਾ ਇਹ ਮੰਨਣਾ ਹੈ ਕਿ 18 ਦੇ ਵਿੱਚੋਂ ਅਗਰ 4-5 ਕੰਮ ਵੀ ਨਵਜੋਤ ਸਿੰਘ ਸਿੱਧੂ ਆਪਣਾ ਜ਼ੋਰ ਪਾ ਕੇ ਆਪਣੇ ਦਬਾਅ ਨਾਲ ਜਾਂ ਸੂਝ-ਬੂਝ ਨਾਲ ਕੈਪਟਨ ਅਮਰਿੰਦਰ ਤੋਂ ਲਾਗੂ ਕਰਾ ਗਏ ਤੇ ਇਹ ਮੈਨੂੰ ਇਹ ਲੱਗਦਾ ਹੈ ਕਿ ਇਹ ਨਵਜੋਤ ਸਿੰਘ ਸਿੱਧੂ ਦੇ ਬਤੌਰ ਪ੍ਰਧਾਨ ਕੈਰੀਅਰ ਦੀ ਸ਼ੁਰੂਆਤੀ ਜਿੱਤ ਹੋਏਗੀ। ਸੋ ਫਿਰ 2022 'ਚ ਨਵਜੋਤ ਸਿੰਘ ਸਿੱਧੂ ਦਾ ਰਾਹ ਪੂਰੀ ਤਰ੍ਹਾਂ ਨਾਲ ਪੱਧਰਾ ਹੈ ਅਗਰ 4-5 ਵੱਡੇ ਫੈਸਲੇ ਵੀ ਨਵਜੋਤ ਸਿੰਘ ਸਿੱਧੂ ਕਰਾ ਜਾਂਦੇ ਨੇ। ਕਿਉਂਕਿ 18 ਦੇ 18 ਪ੍ਰੋਗਰਾਮ ਸੰਭਵ ਨਹੀਂ ਹੈ। ਇਹ ਭਾਵੇਂ ਕੇਜਰੀਵਾਲ ਹੁੰਦਾ, ਭਾਵੇਂ ਸੁਖਬੀਰ ਬਾਦਲ ਹੁੰਦਾ, ਭਾਵੇਂ ਮੋਦੀ ਸਾਹਿਬ ਹੁੰਦੇ, 5-6 ਮਹੀਨੇ ਦਾ ਕਾਰਜਕਾਲ ਸਰਕਾਰ ਦਾ ਰਹਿ ਗਿਆ। ਪਾਲਿਸੀ ਮੇਕਿੰਗ ਬਹੁਤ ਵੱਡੀ ਹੈ ਇਹਦੇ ਵਿੱਚ। ਕਾਂਗਰਸ ਦੀ ਪਿਛਲੀ ਜਿਹੜੀ ਮੌਜੂਦਾ ਸਰਕਾਰ ਨੇ ਹਜੇ ਤੱਕ ਉਸ ਦਿਸ਼ਾ 'ਚ ਕੋਈ ਕੰਮ ਹੀ ਨਹੀਂ ਕੀਤਾ। ਮੈਂ ਤਾਂ ਕਹੂੰਗਾ ਮਨਪ੍ਰੀਤ ਸਿੰਘ ਬਾਦਲ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਨੇ, ਸਾਡੇ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਨੇ, ਕਿਉਂਕਿ ਇਹਨਾਂ ਨੇ ਉਚੇਚਾ ਧਿਆਨ ਹੀ ਨਹੀਂ ਦਿੱਤਾ ਬਿਜਲੀ ਵਾਲੇ ਪਾਸੇ, ਰੇਤੇ ਵਾਲੇ ਪਾਸੇ, ਸ਼ਰਾਬ ਵਾਲੇ ਪਾਸੇ। ਕੋਈ ਡਾਇਰੈਕਟੋਰੇਟ ਬਣਾਤਾ, ਕੋਈ ਇਨਫੋਰਸਮੈਂਟ ਬਣਾਤੀ, ਇਹਦੇ ਨਾਲ ਕੰਮ ਨਹੀਂ ਚੱਲਣਾ। ਪਾਲਿਸੀ ਦੇ ਵਿੱਚ ਪੂਰੇ ਦਾ ਪੂਰਾ ਵੱਡਾ ਬਦਲਾਅ ਚਾਹੀਦਾ ਸੀ। ਹੁਣ ਸਿੱਧੂ ਨੇ ਪਾਲਿਸੀ ਬਣਾ ਕੇ ਦਿੱਤੀ ਸੀ, ਉਹ ਲਿਆਉਣ ਵਿਧਾਨ ਸਭਾ ਦੇ ਪਟਲ ਤੇ ਕਰਨ, ਉਹਦੇ ਤੇ ਫੈਸਲਾ, ਪੂਰੀ ਪਾਲਿਸੀ ਸ਼ਿਫਟ ਕਰਨ, ਨਵੀਂ ਪਾਲਿਸੀ ਬਣਾਉਣ, ਪੁਰਾਣੀਆਂ ਰੱਦ ਕਰਨ। ਸੋ ਗਗਨ 4-5 ਮਹੀਨਿਆਂ 'ਚ ਮੋਟੇ-ਮੋਟੇ 4-5 ਕੰਮ ਵੀ ਅਗਰ ਹੋ ਜਾਣ
ਸਿੱਟ ਵਾਲੇ ਕੰਮ ਨਿਬੜ ਜਾਣ, ਬੇਅਦਬੀਆਂ ਦੀਆਂ ਜਾਂਚਾਂ ਮੁਕੰਮਲ ਹੋ ਕੇ ਅਦਾਲਤਾਂ 'ਚ ਚਲੀਆਂ ਜਾਣ। ਇਹ ਕੰਮ ਨੇ ਜਿਹੜੇ ਕਿ ਪ੍ਰਸ਼ਾਸਕੀ ਕੰਮ ਨੇ, ਉਹ ਤਾਂ ਹੋ ਸਕਦੇ ਨੇ। ਜਿਹੜਾ ਪਾਲਿਸੀ ਮੇਕਿੰਗ ਹੈ ਉਹਨੂੰ ਲੰਮਾ ਸਮਾਂ ਲੱਗੂ। ਤੁਹਾਨੂੰ ਲੱਗੇ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਰਹਿੰਦੇ ਕਾਰਜਕਾਲ 'ਚ ਖੇਤੀਬਾੜੀ ਦੇ ਉੱਤੇ ਕੋਈ ਬਹੁਤ ਵੱਡੀ ਯੋਜਨਾ ਬਣਾ ਕੇ ਅਮਲ 'ਚ ਲਿਆ ਜਾਣਗੇ, ਨਹੀਂ ਸੰਭਵ। ਉਹਦੇ ਲਈ ਸਿੱਧੂ ਨੂੰ ਲਗਾਤਾਰ ਇੰਤਜ਼ਾਰ ਕਰਨਾ ਪਊਗਾ ਜਦ ਤੱਕ ਨਵਜੋਤ ਸਿੰਘ ਸਿੱਧੂ ਖੁਦ ਮੁੱਖ ਮੰਤਰੀ ਨਹੀਂ ਬਣਦਾ ਜਾਂ ਤਾਕਤ 'ਚ ਨਹੀਂ ਆਉਂਦਾ ਜਾਂ ਅਗਲੀਆਂ ਵੋਟਾਂ 'ਚ ਜਿਤਾ ਨਹੀਂ ਲੈਂਦਾ। ਦੇਖੋ, ਐਡਾ ਆਸਾਨ ਨਹੀਂ ਹੁੰਦਾ ਸਿਆਸਤ 'ਚ ਕੁਝ ਵੀ ਦਿਨਾਂ 'ਚ ਕੁਝ ਕਰ ਦੇਣਾ। ਉਹਦੇ ਲਈ ਇੱਕ ਵਕਤ ਚਾਹੀਦਾ ਹੈ, ਪਾਲਿਸੀ ਮੇਕਿੰਗ ਹੋਣੀ ਚਾਹੀਦੀ ਹੈ। ਪੁਰਾਣੀ ਸਰਕਾਰ ਨੇ ਵੀ ਅਗਰ ਖੇਤੀਬਾੜੀ ਤੇ ਕੋਈ ਅਜਿਹੀਆਂ ਪਾਲਿਸੀਆਂ ਬਣਾਈਆਂ ਹੁੰਦੀਆਂ ਤੇ ਗੱਲ ਅੱਗੇ ਵਧਣ ਦੀ ਕੀਤੀ ਜਾ ਸਕਦੀ ਸੀ। ਮੈਂ ਤੁਹਾਨੂੰ ਦੱਸਦਾ, ਜਦੋਂ ਕੈਪਟਨ ਕਮਲਜੀਤ ਸਿੰਘ ਹੁਣੀ ਜ਼ਿੰਦਾ ਸੀ ਸ਼੍ਰੋਮਣੀ ਅਕਾਲੀ ਦਲ ਦੇ, ਉਹਨਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਸੈਕੰਡ ਪੁਸ਼ ਟੂ ਐਗਰੀਕਲਚਰ। ਉਸ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਆਈ, ਕੈਪਟਨ ਕਮਲਜੀਤ ਸਿੰਘ ਵਾਲੀਆਂ ਯੋਜਨਾਵਾਂ ਪਿੱਛੇ ਹੀ ਰਹਿ ਗਈਆਂ। ਪਹਿਲਾਂ ਅਕਾਲੀ ਦਲ ਦੀ ਸਰਕਾਰ, ਫਿਰ ਕੈਪਟਨ ਅਮਰਿੰਦਰ ਆਏ। ਕੈਪਟਨ ਅਮਰਿੰਦਰ ਨੇ ਜੌਲ ਕਮੇਟੀ ਦੀਆਂ ਸਿਫਾਰਿਸ਼ਾਂ ਤੇ ਕਹਿੰਦੇ ਅਸੀਂ ਜੌਲ ਕਮੇਟੀ ਦੀਆਂ ਸਿਫਾਰਿਸ਼ਾਂ ਤੇ ਕੰਮ ਕਰਾਂਗੇ। ਉਹ ਜੌਲ ਕਮੇਟੀ ਦੀਆਂ ਸਿਫਾਰਿਸ਼ਾਂ ਵੀ ਲਾਗੂ ਨਹੀਂ ਹੋਈਆਂ। ਫਿਰ ਸੁਖਬੀਰ ਬਾਦਲ ਆ ਗਿਆ 7 ਤੋਂ ਬਾਅਦ। ਫਿਰ ਸੁਖਬੀਰ ਬਾਦਲ ਆ ਕੇ ਕੈਪਟਨ ਕਮਲਜੀਤ ਸਿੰਘ ਵਾਲਾ ਸੈਕੰਡ ਪੁਸ਼ ਟੂ ਐਗਰੀਕਲਚਰ ਭੁੱਲ ਗਏ ਯੋਜਨਾ। ਸੁਖਬੀਰ ਬਾਦਲ ਨੇ ਆਪਣੇ ਏਜੰਡੇ ਸ਼ੁਰੂ ਕੀਤੇ ਐਗਰੀਕਲਚਰ ਦੇ। ਉਦੋਂ ਤਾਂ ਫਿਰ ਬੜਾ ਕੁਝ ਹੋਇਆ, ਸਾਨੂੰ ਪਤਾ ਹੈ। ਖੇਤੀਬਾੜੀ ਮੰਤਰੀ ਬਣੇ, ਪੰਜਾਬ 'ਚ ਕਿਵੇਂ ਸਾਡੇ ਨੁਕਸਾਨ ਹੋਇਆ ਖੇਤੀਬਾੜੀ ਦਾ, ਦਵਾਈਆਂ ਦਾ ਵੀ ਤੁਹਾਨੂੰ ਪਤਾ ਕਿੰਨਾ ਕੁਝ ਹੋਇਆ। ਤੇ ਉਸ ਤੋਂ ਬਾਅਦ ਹੁਣ ਫਿਰ ਕੈਪਟਨ ਅਮਰਿੰਦਰ ਸਿੰਘ ਨੇ, ਖੇਤੀਬਾੜੀ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ। ਖੇਤੀਬਾੜੀ 'ਚ ਕੋਈ ਬਹੁਤ ਤਕੜਾ ਕੰਮ ਨਹੀਂ ਹੋਇਆ। ਆ ਮਤੇ ਰੱਦ ਕੀਤੇ ਕੇਂਦਰ ਵਾਲੇ, ਮਾੜੇ ਮੋਟੇ ਸੁਝਾਅ ਸਜੂ ਪਾ ਕੇ, ਉਹਦੇ 'ਚ ਵੀ ਕੁਝ ਨਹੀਂ ਹੋਇਆ ਐਡਾ ਮੋਟਾ। ਇਸ ਕਰਕੇ ਖੇਤੀਬਾੜੀ, ਬਿਜਲੀ, ਮਾਈਨਿੰਗ, ਐਕਸਾਈਜ਼, ਇਹ ਬਹੁਤ ਗਹਿਰੇ ਵਿਸ਼ੇ ਨੇ ਸੂਬੇ ਦੇ। ਇੰਪਲੋਇਮੈਂਟ ਦਾ ਵਿਸ਼ਾ ਬੜਾ ਗਹਿਰਾ, ਐਗਰੀਕਲਚਰ ਦਾ ਕਿੱਡਾ ਵੱਡਾ ਸਬਜੈਕਟ ਹੈ। ਇਹਨਾਂ ਦੇ ਉੱਤੇ ਗਗਨ ਬਹੁਤ ਗਹਿਰਾਈ ਨਾਲ ਕੰਮ ਕਰਨਾ ਪੈਣਾ ਹੈ, ਬਹੁਤ ਗਹਿਰਾਈ ਨਾਲ। ਅਰਵਿੰਦ ਕੇਜਰੀਵਾਲ ਯੋਜਨਾ ਬਣਾ ਸਕਦਾ, ਪਰ ਅਰਵਿੰਦ ਕੇਜਰੀਵਾਲ ਨੂੰ ਮੈਨੂੰ ਨਹੀਂ ਪਤਾ ਉਹਨਾਂ ਨੂੰ ਖੇਤੀਬਾੜੀ ਦੀ ਕਿੰਨੀ ਕੁ ਸਮਝ ਹੈ, ਕਿਉਂਕਿ ਉਹ ਦਿੱਲੀ ਦੇ ਮੁੱਖ ਮੰਤਰੀ ਨੇ। ਮੈਨੂੰ ਨਹੀਂ ਪਤਾ ਉਹ ਖੇਤੀਬਾੜੀ ਦੇ ਪਰਿਵਾਰ 'ਚੋਂ ਆਉਂਦੇ ਆ ਜਾਂ ਨਹੀਂ। ਇਸ ਕਰਕੇ ਅਰਵਿੰਦ ਕੇਜਰੀਵਾਲ ਵੀ ਅਗਰ ਪੰਜਾਬ ਦੀ ਸੱਤਾ 'ਚ ਆਉਂਦੇ ਨੇ, ਉਹ ਆਪ ਜਾਂ ਤਾਂ ਉਮੀਦਵਾਰ ਬਣ ਕੇ ਆਉਣ, ਸਿੱਧੂ ਜਾਂ ਕੇਜਰੀਵਾਲ, ਅਗਰ ਇਹਨਾਂ ਦੋਨਾਂ 'ਚੋਂ ਕੋਈ ਮੁੱਖ ਮੰਤਰੀ ਬਣਦਾ ਹੈ, ਉਹ ਖੇਤੀਬਾੜੀ ਤੇ ਜ਼ਰੂਰ ਕੁਝ ਨਾ ਕੁਝ ਕਰੂਗਾ। ਮੈਂ ਇਸ ਗੱਲ ਦੀ ਆਸ ਰੱਖਦਾ। ਭਗਵੰਤ ਮਾਨ ਤੋਂ ਵੀ ਆਸ ਰੱਖੀ ਜਾ ਸਕਦੀ ਹੈ, ਪਰ ਜੇ ਉਹਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਗੇ ਤਾਂ ਗੱਲ ਅੱਗੇ ਤੁਰਨੀ ਹੈ। ਹੁਣ ਮੈਂ ਵਾਪਸ ਉਸੇ ਸਵਾਲ ਤੇ ਤੁਹਾਡੇ ਤੇ ਆਉਣਾ। ਹੁਣ ਜਿਹੜੀ ਗੱਲ ਤੁਸੀਂ ਕੜੱਤਣ ਵਾਲੀ ਕਰ ਰਹੇ ਹੋ, ਦੇਖੋ ਕੱਲ ਜਦੋਂ ਕੁਰਸੀ ਸੰਭਾਲੀ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਦੀ, ਜ਼ਿਆਦਾ ਸਮਾਂ ਸਿੱਧੂ ਕੁਰਸੀ ਤੇ ਬੈਠਿਆ ਨਹੀਂ, ਕਿਉਂਕਿ ਨਿਕਲ ਗਿਆ ਨਾਲ ਹੀ। ਕਿਉਂਕਿ ਸਾਨੂੰ ਪਤਾ ਕੱਲ ਬੜਾ ਇੱਕ ਮੰਦਭਾਗਾ ਹਾਦਸਾ ਹੋਇਆ ਸੀ ਜੀਰਾ 'ਚ, ਫਿਰੋਜ਼ਪੁਰ ਵਾਲੇ ਪਾਸਿਓਂ 2 ਬੱਸਾਂ ਦੀ ਆਪਸੀ ਟੱਕਰ ਹੋਈ, ਕੁਝ ਲੋਕ ਦੁਨੀਆ ਤੋਂ ਚਲੇ ਗਏ। ਨਵਜੋਤ ਸਿੰਘ ਸਿੱਧੂ ਫਿਰ ਲੁਧਿਆਣੇ ਪਹੁੰਚਿਆ, ਹੋਰ ਕਈ ਐਮਐਲਏ ਨਵਜੋਤ ਸਿੰਘ ਸਿੱਧੂ ਦੇ ਨਾਲ ਸੀ। ਉੱਥੇ ਪੀੜਤ ਪਰਿਵਾਰ ਨੂੰ ਮਿਲੇ, ਜਿਹੜੇ ਜ਼ਖਮੀ ਸੀ ਉਹਨਾਂ ਨੂੰ ਐਲਾਨ ਕੀਤਾ ਵੀ ਅਸੀਂ ਮਦਦ ਸਰਕਾਰੀ ਤੌਰ ਤੇ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਵੀ ਐਲਾਨ ਕੀਤਾ। ਕੈਪਟਨ ਅਮਰਿੰਦਰ ਸਿੰਘ ਦਾ ਵੀ ਟਵੀਟ ਆਇਆ ਕਿ ਜਿਹੜੇ ਉੱਥੋਂ ਦੇ ਪੀੜਤ ਨੇ ਅਸੀਂ ਉਹਨਾਂ ਨੂੰ ਵਿੱਤੀ ਮਦਦ ਦੇਵਾਂਗੇ। ਮੈਂ ਤੁਹਾਨੂੰ ਦੱਸਦਾ ਕੈਪਟਨ ਅਮਰਿੰਦਰ ਨੇ ਕਿੰਨੀ ਮਦਦ ਦਾ ਐਲਾਨ ਕੀਤਾ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਐਕਟ ਗ੍ਰੇਸ਼ੀਆ 5 ਲੱਖ ਟੂ ਫੈਮਲੀਜ਼ ਆਫ ਦਾ ਡਿਸੀਜ਼ਡ, ਜਿਹੜੇ ਦੁਨੀਆ ਤੋਂ ਚਲੇ ਗਏ ਉਹਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਮਾਲੀ ਇਮਦਾਦ ਸਰਕਾਰ ਵੱਲੋਂ, ਔਰ 50,000 ਰੁਪਏ ਜ਼ਖਮੀਆਂ ਲਈ। ਔਰ ਲੁਧਿਆਣੇ ਦੇ ਐਡਮਿਨਿਸਟ੍ਰੇਸ਼ਨ ਨੂੰ ਕੱਲ ਕਹਿਤਾ ਮੁੱਖ ਮੰਤਰੀ ਨੇ ਵੀ, ਪ੍ਰਧਾਨ ਨੇ ਵੀ, ਕਿ ਸਰਕਾਰੀ ਤੌਰ ਦੇ ਉੱਤੇ ਹੀ ਸਾਰਾ ਜਿਹੜਾ ਇਲਾਜ ਹੈ ਜ਼ਖਮੀਆਂ ਦਾ ਕੀਤਾ ਜਾਊਗਾ। ਸੋ ਉਹ ਕੁਰਸੀ ਤੇ ਜ਼ਿਆਦਾ ਸਮਾਂ ਬੈਠਿਆ ਨਹੀਂ, ਉਹ ਐਕਟਿਵ ਹੋ ਗਿਆ, ਤੁਰੰਤ ਨਿਕਲ ਗਿਆ। ਹੁਣ ਜਿਹੜੀ ਤੁਸੀਂ ਕੜੱਤਣ ਦੀ ਗੱਲ ਕਰਦੇ ਹੋ, ਦੇਖੋ ਦੋਨਾਂ ਦੇ ਸਿਧਾਂਤ ਵੱਖਰੇ ਨੇ, ਦੋਨਾਂ ਦੀ ਕੰਮ ਕਰਨ ਦੀ ਸ਼ੈਲੀ ਵੱਖਰੀ ਹੈ। ਸਿੱਧੂ ਵੱਖਰੀ ਤਬੀਅਤ ਨਾਲ ਕੰਮ ਕਰਦੇ ਨੇ, ਕੈਪਟਨ ਅਮਰਿੰਦਰ ਵੱਖਰੀ ਤਬੀਅਤ ਨਾਲ ਕੰਮ ਕਰਦੇ ਨੇ। ਹੁਣ ਕੱਲ ਕਈ ਲੋਕ ਕਹਿੰਦੇ ਨੇ ਕਿ ਸਿੱਧੂ ਨੇ ਕੈਪਟਨ ਅਮਰਿੰਦਰ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ। ਦੇਖੋ ਮਤਭੇਦ ਸਿੱਧੂ ਔਰ ਕੈਪਟਨ ਦੇ ਵਿੱਚ ਇੱਕ ਸਿਧਾਂਤਕ ਲੜਾਈ ਚੱਲ ਰਹੀ ਹੈ। ਕੈਪਟਨ ਅਮਰਿੰਦਰ ਕਹਿੰਦੇ ਸੀ ਸਿੱਧੂ ਮਾਫੀ ਮੰਗੇ ਮੈਂ ਤਾਂ ਮੁਲਾਕਾਤ ਕਰੂੰਗਾ। ਕਹਿੰਦੇ ਜਦੋਂ ਪੰਜਾਬ ਭਵਨ ਗਏ ਸਿੱਧੂ, ਕੈਪਟਨ ਅਮਰਿੰਦਰ ਇੱਕ ਜਗ੍ਹਾ ਖੜੇ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਅੱਖਾਂ ਜਿਹੀਆਂ ਘੁਮਾ ਕੇ ਦੂਜੇ ਪਾਸੇ ਨਿਕਲ ਗਏ। ਹਰੀਸ਼ ਰਾਵਤ ਨੇ ਸਿੱਧੂ ਨੂੰ ਫੜ ਕੇ ਬੁਲਾ ਲਿਆ ਵੀ ਤੁਸੀਂ ਕੈਪਟਨ ਅਮਰਿੰਦਰ ਉਹਨਾਂ ਨੂੰ ਮਿਲੋ, ਤੇ ਫਿਰ ਨਵਜੋਤ ਸਿੰਘ ਸਿੱਧੂ ਨੇ ਮਾਫੀ ਨਹੀਂ ਮੰਗੀ ਤੇ ਨਵਜੋਤ ਸਿੰਘ ਸਿੱਧੂ ਨੇ ਰਸਮੀ ਗੱਲਬਾਤ ਕੀਤੀ ਆ। ਤਸਵੀਰ ਵੀ ਜਾਰੀ ਹੋਈ ਹੈ, ਕੈਪਟਨ ਅਮਰਿੰਦਰ ਬੈਠੇ ਸੀ, ਹਰੀਸ਼ ਰਾਵਤ ਬੈਠੇ ਸੀ ਔਰ ਸਿੱਧੂ ਬੈਠੇ ਸੀ। ਸੋ ਇਸ ਕਰਕੇ ਸਿੱਧੂ ਇੱਕ ਸਿਧਾਂਤ ਤੇ ਖੜਾ ਹੈ। ਦੇਖੋ ਮੰਗ ਕੀ ਸੀ ਸਿੱਧੂ ਦੀ? ਬੇਅਦਬੀਆਂ ਤੇ ਇਨਸਾਫ ਹੋਵੇ, ਬੇਰੁਜ਼ਗਾਰੀ ਦੂਰ ਹੋਵੇ, ਵਾਅਦੇ ਸਰਕਾਰ ਪੂਰੇ ਕਰੇ। ਸਾਡੇ ਕੋਟਕਪੁਰਾ, ਬਰਗਾੜੀ, ਕਿੰਨੀਆਂ ਬੇਅਦਬੀਆਂ ਦੇ ਮਾਮਲਿਆਂ ਦਾ ਇਨਸਾਫ ਹੋਵੇ, ਇਹਦੇ ਤੇ ਖਿੱਚੋ ਕੰਮ। ਅਜਿਹੇ ਮਸਲਿਆਂ ਤੇ ਅਗਰ ਉਹ ਮਾਫੀ ਮੰਗ ਲੈਂਦਾ ਤੇ ਸਿਆਸੀ ਕਿਰਦਾਰ ਖਤਮ ਸੀ ਸਿੱਧੂ ਦਾ। ਸਿੱਧੂ ਵਿਚਰ ਹੀ ਨਹੀਂ ਸੀ ਸਕਦਾ, ਫਿਰ ਕਾਹਦਾ ਪ੍ਰਧਾਨ ਸੀ ਉਹ। ਇਸ ਕਰਕੇ ਇੱਕ ਸਿਧਾਂਤਕ ਮਤਭੇਦ ਸੀ, ਕੋਈ ਜ਼ਮੀਨ ਦਾ ਰੌਲਾ ਨਹੀਂ। ਮੈਂ ਅੱਗੇ ਵੀ ਕਹਿੰਦਾ ਕੈਪਟਨ ਅਮਰਿੰਦਰ ਨਾਲ ਸਿੱਧੂ ਦਾ ਕੋਈ ਜ਼ਮੀਨ ਜਗ੍ਹਾ ਦਾ ਰੌਲਾ ਨਹੀਂ। ਇਹ ਇੱਕ
ਮਤਭੇਦ ਹੈ, ਸਿਧਾਂਤਕ ਮਤਭੇਦ ਹੈ। ਕੈਪਟਨ ਦੇ ਆਪਣੇ ਸਿਧਾਂਤ ਨੇ, ਸਿੱਧੂ ਦੇ ਆਪਣੇ ਸਿਧਾਂਤ ਨੇ। ਸੋ ਇਸ ਕਰਕੇ ਮੈਂ ਕਹਿੰਦਾ ਵੀ ਇਹ ਗੱਲ ਗਗਨ ਆਪਸੀ ਕੜੱਤਣ ਦੀ ਨਹੀਂ ਹੈ। ਨਵਜੋਤ ਸਿੰਘ ਸਿੱਧੂ ਅਗਲੀ ਪੀੜ੍ਹੀ ਨੂੰ ਰਿਪਰੈਜ਼ੈਂਟ ਕਰਦੇ ਨੇ, ਕੈਪਟਨ ਅਮਰਿੰਦਰ ਸਿੰਘ ਪਿਛਲੀ ਪੀੜ੍ਹੀ ਨੂੰ ਰਿਪਰੈਜ਼ੈਂਟ ਕਰਦੇ ਨੇ। ਉਹ ਗੱਲ ਬਦਲ ਗਈ। ਹੁਣ ਕਾਂਗਰਸ ਦੀ ਅਗਵਾਈ ਸਿੱਧੂ ਅੱਗੇ ਕਰਦਾ ਨਜ਼ਰ ਆਊਗਾ। ਅੱਜ ਜਿਸ ਤਰੀਕੇ ਨਾਲ ਕੱਲ ਸਿੱਧੂ ਨੇ ਕੁਰਸੀ ਤੇ ਬੈਠੇ ਸਿੱਧੂ ਸਾਰੇ ਦੇ ਸਾਰੇ ਮੰਤਰੀ ਵਿਧਾਇਕ ਉੱਥੇ ਪਹੁੰਚੇ, ਔਰ ਮੈਨੂੰ ਇਹ ਵੀ ਪਤਾ ਲੱਗਿਆ ਕਈ ਮੰਤਰੀਆਂ ਦਾ ਕਿਤੇ ਨਾ ਕਿਤੇ ਦਬਾਅ ਸੀ ਕੈਪਟਨ ਅਮਰਿੰਦਰ ਤੇ ਵੀ ਕੈਪਟਨ ਅਮਰਿੰਦਰ ਸਾਹਿਬ ਅਸੀਂ ਤਾਂ ਤੁਹਾਡੇ ਨਾਲ ਪੱਕੇ ਹਾਂ, ਜੇ ਅਸੀਂ ਸਿੱਧੂ ਦੇ ਸਮਾਗਮ 'ਚ ਨਾ ਗਏ ਤੇ ਸਾਨੂੰ ਟਿਕਟਾਂ ਲੈਣੀਆਂ ਔਖੀਆਂ ਹੋ ਜਾਣੀਆਂ ਅੱਗੇ, ਕਿਉਂਕਿ ਰਾਹੁਲ ਗਾਂਧੀ ਨੇ, ਪ੍ਰਿੰਕਾ ਗਾਂਧੀ ਨੇ, ਸੋਨੀਆ ਗਾਂਧੀ ਨੇ ਗੁੱਸਾ ਕਰ ਜਾਣਾ ਸੀ, ਲਿਸਟਾਂ ਜਾਣੀਆਂ ਵੀ ਕਿਹੜੇ ਵਿਧਾਇਕ ਤੇ ਐਮਐਲਏ ਨਹੀਂ ਹਾਜ਼ਰ ਹੋਏ। ਮੰਤਰੀ ਕਹਿੰਦੇ ਜੇ ਸਾਡਾ ਨਾਂ ਰਾਹੁਲ ਗਾਂਧੀ ਕੋਲੇ ਚੱਲ ਗਿਆ ਵੀ ਸਾਡਾ ਮੰਤਰੀ ਸਾਡੇ ਪ੍ਰਧਾਨ ਸਾਡੇ ਲਾਏ ਪ੍ਰਧਾਨ ਦੇ ਸਹੁੰ ਚੁੱਕ ਸਮਾਗਮ ਤੇ ਨਹੀਂ ਗਿਆ, ਕੁਰਸੀ ਸਾਂਭ ਸਮਾਗਮ ਤੇ ਨਹੀਂ ਗਿਆ, ਤੇ ਸਾਨੂੰ ਅੱਗੇ ਟਿਕਟਾਂ ਨਹੀਂ ਮਿਲਣੀਆਂ। ਮੰਤਰੀਆਂ ਨੂੰ ਟਿਕਟਾਂ ਦੀ ਡਰ ਸੀ ਗਗਨ ਕਈਆਂ ਨੂੰ। ਇੱਕ ਮੰਤਰੀ ਜਿਹੜਾ ਨਾਰਾਜ਼ ਰਹਿੰਦਾ ਸੀ ਸਿੱਧੂ ਨਾਲ, ਪਿੱਛੇ ਜੇ ਮੈਂ ਸੁਣਿਆ ਹੈ, ਉਹ ਤਾਂ ਸਿੱਧੂ ਦੀ ਕਾਰ 'ਚ ਬੈਠਾ ਸੀ। ਕਹਿੰਦੇ ਦੇਖੋ ਸਾਡੇ ਲੋਕਾਂ ਦੇ ਸਿਧਾਂਤ ਤੇ ਕਿਰਦਾਰ। ਸੋ ਇਸ ਕਰਕੇ ਵੱਡੀਆਂ ਗੱਲਾਂ ਤੇ ਬਾਅਦ 'ਚ ਪਤਾ ਲੱਗਦਾ ਵੀ ਅੱਛਾ, ਕਈ ਵਾਰੀ ਉਹਨਾਂ ਦੇ ਸਮਰਥਕਾਂ ਨੂੰ ਭਰੋਸਾ ਲੱਗ ਜਾਂਦਾ ਵੀ ਸਾਡੇ ਲੀਡਰ ਦਾ ਤਾਂ ਆਹ ਸਟੈਂਡ ਸੀ ਭਾਈ, ਇਹ ਤਾਂ ਜਮਾਂ ਹੀ ਲਿਪ ਗਿਆ। ਸੋ ਥੋੜ੍ਹੀ ਬਹੁਤੀ ਦੇਖੋ ਗਰਦਨ 'ਚ ਸਰੀਆ ਨਹੀਂ ਹੋਣਾ ਚਾਹੀਦਾ, ਪਰ ਜੇ ਵਿਅਕਤੀ ਦੇ ਰੀੜ੍ਹ ਦੀ ਹੱਡੀ ਨਾ ਹੋਵੇ ਉਹ ਕਾਹਦੀ ਸਿਆਸਤ ਕਰੂਗਾ। ਕਈ ਮੰਤਰੀ ਇਹੋ ਜਿਹੇ ਸੋ ਉੱਦਾਂ ਸਰੀਏ ਨੇ ਗਰਦਨ 'ਚ, ਪਰ ਰੀੜ੍ਹ ਦੀ ਹੱਡੀ ਕਮਜ਼ੋਰ ਹੈ। ਸਿਆਸੀ ਸਰੀਏ ਕਹਿ ਲਓ। ਸਿਆਸੀ ਸਰੀਏ ਦਾ ਕਦੋਂ ਪਤਾ ਲੱਗਦਾ ਹੈ? ਜਦੋਂ ਬੋਲਣ ਦੀ ਸ਼ੈਲੀ ਕੌੜੀ ਹੋ ਜਾਂਦੀ ਲੋਕਾਂ ਨਾਲ। ਕਈ ਸਾਡੇ ਫੜਨ ਨੂੰ ਪੈਂਦੇ ਲੋਕਾਂ ਨੂੰ, ਜੇ ਕੋਈ ਮਾੜਾ ਜਿਹਾ ਆ ਕੇ ਵਿਚਾਰਾ ਗਰੀਬ ਆਦਮੀ ਕੋਈ ਆਪਣਾ ਦੁੱਖ ਦਰਦ ਪੇਸ਼ ਕਰਦੇ, ਉਹਨੂੰ ਕਹਿੰਦੇ ਆ ਸਿਆਸੀ ਸਰੀਆ ਆ ਗਿਆ ਭਾਈ ਇਹਦੀ ਗਰਦਨ 'ਚ। ਉਹ ਕੱਲ ਮੈਂ ਦੇਖੇ ਕਈਆਂ ਦੇ ਸਰੀਏ ਲਿਪ ਗਏ ਰਾਤੋਂ ਰਾਤ, ਕਈਆਂ ਨੇ ਤਾਂ ਸਰੀਏ ਕੱਢ ਹੀ ਲਏ ਹੋਣੇ ਰਾਤੋਂ ਰਾਤ ਗਗਨ। ਸਿਆਸੀ ਸਰੀਏ ਨਿਕਲਦੇ ਵੀ ਟਾਈਮ ਨਹੀਂ ਲਾਉਂਦੇ। ਸੋ ਇਸ ਕਰਕੇ ਕਈ ਮੰਤਰੀ ਦੇਖੇ ਮੈਂ ਸਾਰੇ, ਫਿਰ ਉਹ ਕੈਪਟਨ ਅਮਰਿੰਦਰ ਤੇ ਕਹਿੰਦੇ ਸੀ ਕੈਪਟਨ ਸਾਹਿਬ ਜ਼ਰੂਰ ਚੱਲੋ, ਤੇ ਮੈਨੂੰ ਇਹ ਲੱਗਦਾ ਵੀ ਕੈਪਟਨ ਅਮਰਿੰਦਰ ਨੂੰ ਉਹਨਾਂ ਮੰਤਰੀਆਂ ਕਰਕੇ ਗੱਲ ਮੰਨਣੀ ਪਈ ਵੀ ਚਲੋ ਭਾਈ ਮੈਂ ਵੀ ਚੱਲਦਾ, ਕਿਤੇ ਇਹ ਨਾ ਹੋਵੇ ਤੁਹਾਡੀਆਂ ਟਿਕਟਾਂ ਹੀ ਨਾ ਕੱਟੀਆਂ ਜਾਣ। ਜੋ ਚਰਚਾਵਾਂ ਨੇ, ਸੰਕੇਤ ਨੇ, ਕਿਉਂਕਿ ਇਹ ਕਿੱਦਾਂ ਸੰਭਵ ਹੈ ਕਿ ਹਾਈ ਕਮਾਂਡ ਨੇ ਪ੍ਰਧਾਨ ਲਾਇਆ ਹੋਵੇ, ਸਾਰੇ ਐਮਐਲਏ ਕਹਿ ਕੇ ਆਏ ਹੁਣ ਵੀ ਜੋ ਤੁਸੀਂ ਫੈਸਲਾ ਕਰਤਾ ਸਾਨੂੰ ਮਨਜ਼ੂਰ ਹੈ, ਤੇ ਮੰਤਰੀ ਸਹੁੰ ਚੁੱਕ ਸਮਾਗਮ 'ਚ ਨਾ ਜਾਂਦੇ। ਜਾਣਾ ਪੈਣਾ ਸੀ ਉਹਨਾਂ ਨੂੰ ਸਹੁੰ ਚੁੱਕ, ਮੈਂ ਫੇਰ ਕਹਿ ਗਿਆ, ਕੁਰਸੀ ਸੰਭਾਲ ਪ੍ਰੋਗਰਾਮ। ਸੋ ਇਸ ਕਰਕੇ ਗਗਨ ਜਿਹੜੇ ਪੋਲੀਟੀਕਲ ਲੀਡਰ ਨੇ ਨਾ, ਉਹਨਾਂ ਨੂੰ ਸਭ ਤੋਂ ਪਹਿਲਾਂ ਟਿਕਟ ਦਿਖਦੀ ਹੁੰਦੀ। ਸੌਂਦੇ ਜਾਗਦੇ ਉੱਠਦੇ ਬਹਿੰਦੇ ਉਹਨਾਂ ਨੂੰ ਟਿਕਟ ਦਿਖਦੀ ਰਹਿੰਦੀ ਹੈ। ਹੁਣ 2022 ਦੀ ਟਿਕਟ ਦਿਖਣ ਲੱਗ ਗਈ ਐਮਐਲਏ ਮੰਤਰੀਆਂ ਨੂੰ। ਇਸ ਕਰਕੇ ਕਈ ਸਿੱਧੂ ਵੱਲ ਚੁੰਬਕ ਵਾਂਗ ਖਿੱਚੇ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਸਿੱਧੂ 'ਚੋਂ ਟਿਕਟ ਦਾ ਰਾਹ ਦਿਖਦਾ। ਕਿਉਂਕਿ ਜਿਹੜਾ ਸੂਬੇ ਦਾ ਪ੍ਰਧਾਨ ਹੁੰਦਾ ਨਾ, ਟਿਕਟ ਦਿਵਾਉਣ ਲਈ ਉਹਦਾ ਵੀ ਵੱਡਾ ਯੋਗਦਾਨ ਹੁੰਦਾ ਸੂਬੇ ਦੇ ਪ੍ਰਧਾਨ ਦਾ। ਇਸ ਕਰਕੇ ਹੁਣ ਬਾਕੀ ਕੈਪਟਨ ਨਾਲ ਸਿੱਧੂ ਦੀ ਕੜੱਤਣ ਕੋਈ ਨਹੀਂ, ਜਿਵੇਂ ਮੈਂ ਪਹਿਲਾਂ ਕਿਹਾ, ਉਹ ਇੱਕ ਸਿਧਾਂਤਕ ਮਤਭੇਦ ਨੇ। ਕੈਪਟਨ ਅਮਰਿੰਦਰ ਨੇ ਲੰਮਾ ਸਮਾਂ ਆਪਣੀ ਸਿਆਸਤ ਕੀਤੀ ਹੈ, ਪੰਜਾਬ ਲਈ ਕਈ ਵਾਰੀ ਸਟੈਂਡ ਲਿਆ ਕੈਪਟਨ ਅਮਰਿੰਦਰ ਨੇ, ਬੜੇ ਮੁੱਦਿਆਂ 'ਚ ਕੈਪਟਨ ਅਮਰਿੰਦਰ ਨੇ ਪੰਜਾਬ ਦਾ ਪੱਖ ਪੂਰਿਆ। ਔਰ ਦੇਖੋ ਇੱਕ ਗੱਲ ਹੈ, ਵਾਅਦੇ ਨਹੀਂ ਪੂਰੇ ਕੀਤੇ ਕੈਪਟਨ ਅਮਰਿੰਦਰ ਨੇ ਬਹੁਤ ਵੱਡੀ ਗਿਣਤੀ 'ਚੋਂ, ਗੱਲ ਸਮਝ ਆਉਂਦੀ, ਪਰ ਲੈਂਡ ਆਰਡਰ ਨੂੰ ਪੰਜਾਬ 'ਚ ਕੈਪਟਨ ਅਮਰਿੰਦਰ ਨੇ ਚੰਗੀ ਤਰ੍ਹਾਂ ਮੇਨਟੇਨ ਕਰਕੇ ਰੱਖਿਆ। ਕੁਝ ਦੇਖੋ ਸਾਡਾ ਸਰਹੱਦ ਵਾਲਾ ਸੂਬਾ ਹੈ ਪਾਕਿਸਤਾਨ, ਕਿਵੇਂ ਉੱਥੋਂ ਲਗਾਤਾਰ ਦਹਿਸ਼ਤਗਰਦ ਦਾ, ਕੱਲ੍ਹ ਵੀ ਕਿਹਾ ਕੈਪਟਨ ਨੇ ਵੀ ਪਾਕਿਸਤਾਨ ਦਾ ਖਤਰਾ ਸਾਡਾ ਖਤਮ ਨਹੀਂ ਹੋਇਆ। ਉਹਦੇ 'ਚ ਕੈਪਟਨ ਅਮਰਿੰਦਰ, ਸਾਡੀਆਂ ਪੁਲਿਸ ਫੋਰਸਿਸ, ਦੇਖੋ ਸਾਡੀ ਪੰਜਾਬ ਦੀ ਪੁਲਿਸ ਨੂੰ ਸ਼ਾਬਾਸ਼ ਦੇਣੀ ਬਣਦੀ ਹੈ। ਆ ਕੋਵਿਡ ਦੇ ਸਮੇਂ ਵੀ ਸਾਡੀ ਪੰਜਾਬ ਦੀ ਪੁਲਿਸ ਨੇ ਦੇਖ ਲਓ ਕਿੱਡਾ ਜਜ਼ਬਾ ਤੇ ਜਿਗਰ ਦਿਖਾਇਆ। ਕਿੰਨੇ ਸਾਡੇ ਪੁਲਿਸ ਦੇ ਮੁਲਾਜ਼ਮ ਅਫਸਰ ਦੁਨੀਆ ਤੋਂ ਚਲੇ ਗਏ ਕੋਵਿਡ ਕਰਕੇ। ਸੋ ਠੀਕ ਹੈ, ਨਿੰਦਣ ਨੂੰ ਲੋਕ ਨਿੰਦਦੇ ਰਹਿੰਦੇ ਆ, ਪਰ ਬਹੁਮਤ ਹੈ ਜਿਹੜਾ ਸਾਡੀ ਪੁਲਿਸ ਦਾ, ਉਹ ਦਲੇਰ ਨੇ ਔਰ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਲੈਂਡ ਆਰਡਰ ਮੇਨਟੇਨ ਕਰਨ ਦੇ ਵਿੱਚ ਪਾਇਆ। ਹਾਂ, ਕਾਫੀ ਹੱਦ ਤੱਕ ਸਾਡੇ ਪੁਲਿਸ ਦੇ ਅਫਸਰ ਮੁਲਾਜ਼ਮ ਵੀ ਦੁਖੀ ਨੇ ਕਰਪਟ ਸਿਸਟਮ ਤੋਂ, ਕਰਪਟ ਪੋਲੀਟੀਕਲ ਸਿਸਟਮ ਤੋਂ, ਕਿਉਂਕਿ ਕਰਪਟ ਪੋਲੀਟੀਕਲ ਸਿਸਟਮ ਕਿਤੇ ਨਾ ਕਿਤੇ ਮਜਬੂਰ ਕਰਦਾ ਹੈ ਮੁਲਾਜ਼ਮਾਂ ਨੂੰ, ਅਫਸਰਾਂ ਨੂੰ ਕੰਪਰੋਮਾਈਜ਼ ਕਰਨ ਦੇ ਲਈ। ਮੁਲਾਜ਼ਮ ਸਾਰਿਆਂ ਨੂੰ ਅਸੀਂ ਰਿਸ਼ਵਤਖੋਰ ਨਹੀਂ ਕਹਿ ਸਕਦੇ, ਪਰ ਉਹ ਪੋਲੀਟੀਕਲ ਸਿਸਟਮ ਦੀ ਕਰਪਸ਼ਨ ਦਾ ਅਸਰ ਉਹਨਾਂ 'ਤੇ ਕਿਸੇ ਨਾ ਕਿਸੇ ਰੂਪ 'ਚ ਪੈਂਦਾ ਹੈ। ਫਰੀडम ਹੋਣਾ ਚਾਹੀਦਾ ਸਾਡੇ ਪੁਲਿਸ ਡਿਪਾਰਟਮੈਂਟ ਹੋ ਗਿਆ, ਫੌਜੀਆਂ ਕੋਲ ਤਾਂ ਪਹਿਲਾਂ ਹੀ, ਆਰਮੀ ਕੋਲੇ ਤਾਂ ਪਹਿਲਾਂ ਹੀ ਬਹੁਤ ਵੱਡਾ ਫਰੀडम ਹੈ। ਸੋ ਉਧਰ ਨਵਜੋਤ ਸਿੰਘ ਸਿੱਧੂ ਨੇ ਸਟੇਜ ਦੇ ਉੱਤੋਂ ਕੀ ਕਿਹਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ, ਉਸ ਦੇ ਵਿੱਚੋਂ ਕੁਝ ਖਾਸ ਗੱਲਾਂ ਸੁਣਾਵਾਂਗੇ। ਕੁਝ ਵਿਰੋਧੀਆਂ ਦੇ ਵੀ ਰਿਐਕਸ਼ਨ ਸੁਣਾ ਦਿਓ। ਕਈਆਂ ਨੇ, ਅਕਾਲੀ ਦਲ ਵਾਲਿਆਂ ਨੇ ਖਾਸ ਤੌਰ ਤੇ ਬੜਾ ਵਿਰੋਧ ਕੀਤਾ। ਅਕਾਲੀ ਦਲ ਵਾਲਿਆਂ ਨੇ, ਆਮ ਆਦਮੀ ਪਾਰਟੀ ਵਾਲਿਆਂ ਨੇ ਸਿੱਧੂ ਨੂੰ ਨਿਸ਼ਾਨੇ ਤੇ ਲੈ ਲਿਆ, ਔਰ ਸਿੱਧੂ ਨੂੰ ਇਹ ਨਿਸ਼ਾਨੇ ਝੱਲਣੇ ਪੈਣੇ ਤੇ ਕੈਪਟਨ ਅਮਰਿੰਦਰ ਤੇ ਦਬਾਅ ਬਣਾਉਣਾ ਪੈਣਾ ਹੈ ਮੁੱਦਿਆਂ ਨੂੰ ਲਾਗੂ ਕਰਾਉਣ ਦਾ। ਮੇਰੀ ਤਾਂ ਸ਼ਾਇਰੀ ਸ਼ੂਰੀ ਜੀ ਉੱਥੋਂ ਨਿਕਲਦੀ ਆ ਜਿੱਥੋਂ
ਕੋਈ ਸਾਹਮਣੋਂ ਕਹਿੰਦਾ ਤੁਹਾਡੀ ਪਰਖ, ਜਾਖੜ ਸਾਹਿਬ ਕਹਿੰਦੇ ਤੁਹਾਡੀਆਂ ਬਹੁਤ ਪਰਖਾਂ ਹੋਈਆਂ। ਮੈਂ ਕਿਸੇ ਨੂੰ ਪਰਖਣਾ नहीं, परखना मत, परखने से कोई अपना नहीं रहता। किसी भी आईने में देर तक चेहरा नहीं रहता। अरे ये बड़े वर्कर, बड़े लोगों को मिलने में जरा सा फासला रखना। दरिया जहां समंदर में मिला, दरिया नहीं रहता। ये साफा मेरे दसम पिता का बख्शिया, ये वर्कर भी उस साफे से बिस्तर लाऊं सिद्धू, इथे बिस्तर, इस ऑफिस च बिस्तर लाऊं ते विरोधियों का दबा बिस्तर गोल करूं ते नारा गूंजू हर वर्कर दे दिलों कि जीजा सारा रह नहीं देना, कोठे ते टोटा तय नहीं देना। क्यों बिजली 18 रुपये ਨੂੰ खरीदी जावे? क्यों बिजली के समझौतियों का सच मारना है? क्यों चोरा की चोरी फड़ी ना जावे? क्यों सिकंदर कहे भी हालात हो पस लेंगे। सिकंदर हालात के आगे नहीं झुकता। अरे तारा टूट भी जाए जमीन पर नहीं गिरता, गिरते हैं हजारों दरिया किसी समंदर में, पर कभी कोई समंदर किसी दरिया में नहीं गिरता। नहीं ਹਰੇਕ ਵਿਆਹ 'ਚ ਜਿਵੇਂ ਹੁੰਦੇ ਨਾ, ਕੋਈ ਕਹਿੰਦਾ ਵੀ ਆ ਇਸ ਪਰਿਵਾਰ ਦਾ ਫੁੱਫੜ ਹੈ, ਸਵੇਰੇ ਰੁੱਸ ਜਾਂਦਾ, ਸ਼ਾਮ ਨੂੰ ਮਨਾਈਦਾ, ਸਵੇਰੇ ਫਿਰ ਰੁੱਸ ਜਾਂਦਾ। ਆਪਣੇ ਕਾਂਗਰਸ ਵਿੱਚ ਇੱਕ ਰਿਵਾਇਤ ਬਣ ਗਈ ਸਾਹਿਬ, ਜਿਹੜੇ ਰੁੱਸ ਕੇ ਜਾ ਵੜਦੇ ਆ, ਰੰਧਾਵਾ ਸਾਹਿਬ ਜਿਹੜੇ ਰੁੱਸ ਕੇ ਜਾ ਵੜਦੇ ਉਹਨਾਂ ਨੂੰ ਤਾਂ ਮਨਾਉਣ ਘਰੇ ਜਾਂਦੇ ਰਹਿੰਦੇ ਆ। ਤੇ ਅੱਜ ਤੁਹਾਨੂੰ ਚਾਬੀਆਂ ਕਿਹਨੇ ਪਕੜਾਣੀਆਂ ਸੀ ਸਾਹਿਬ? ਅੱਜ ਚਾਬੀਆਂ ਕਿਹਨੇ ਪਕੜਾਣੀਆਂ ਸੀ ਤੇ ਤੁਹਾਨੂੰ ਇਸ ਨਵੇਂ ਮਕਾਨ ਦੀਆਂ? ਅੱਜ ਤੁਹਾਨੂੰ ਸੁਨੀਲ ਜਾਖੜ ਯਾਦ ਹੀ ਨਹੀਂ ਰਿਹਾ। सुनील जाखड़ कांग्रेस का पैदाइश है साहब। सुनील जाखड़ अज मैं स्टेज पे खड़ा कांग्रेस करके खड़ा। मेरी गल नहीं, जेड़े लोग रोज रुस के जा वड़ते हैं तुसी मना के फिर ले आने हो, फिर रुस जाते हैं। आ कांग्रेस के फुफड़ है साहब, उन्होंने आने वाली गल लाओ, आने वाली गल लाओ, उन्होंने तमाशा बनाता। ਹੁਣ ਜਿਹੜੀਆਂ ਗੱਲਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਨੇ, ਇਸ ਸਿਆਸਤ ਦੇ ਵਿੱਚ ਅਸੀਂ ਦੋਨੋਂ ਇਕੱਠੇ ਚੱਲਾਂਗੇ। ਆਪਾਂ ਨੇ ਪੰਜਾਬ ਦਾ ਬਿਹਤਰੀ ਸੋਚਣੀ ਆ, ਸਿਰਫ ਪੰਜਾਬ ਹੀ ਨਹੀਂ। ਮੈਂ ਇੱਕ ਗੱਲ ਤੁਹਾਨੂੰ ਦੱਸਦਾ, ਪੰਜਾਬ ਹੀ ਨਹੀਂ, ਸਾਡੀ ਜ਼ਿੰਮੇਵਾਰੀ ਸਾਡੇ ਦੇਸ਼ ਵੱਲ ਵੀ ਹੈ। ਸਾਡਾ 600 ਕਿਲੋਮੀਟਰ ਬਾਰਡਰ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਪਾਕਿਸਤਾਨ ਦੇ ਨਾਲ ਹੈ। ਡੇਲੀ ਉਹਨਾਂ ਦੇ ਉੱਥੇ ਹਥਿਆਰ ਪਹੁੰਚ ਰਹੇ ਨੇ, ਐਮੂਨੀਸ਼ਨ ਪਹੁੰਚ ਰਿਹਾ, RDX ਪਹੁੰਚ ਰਹੀ ਹੈ, ਗ੍ਰੇਨੇਡ ਪਹੁੰਚ ਰਹੇ ਨੇ। ਕਿਸ ਵਾਸਤੇ ਪਹੁੰਚ ਰਹੇ ਨੇ? तो सानू ये लड़ाई सिर्फ हुकूमत नहीं लड़ सकती, पंजाब के लोगों को लड़नी पऊ और उत्थे इन्हां दा कदम इन्हां चकना पऊ। मेरी गल सुनो नवजोत, तुसीं उस गल्लां कर रहे हो, थानू ये लड़ाई लैनी पऊगी, लोगों को जोड़ना पऊ और लोगों को आपां नूं बिल्कुल दलेरी नाल खड़ा करना पऊ। पर सही मैने दे विच अज सिद्धू साहब ने मैनू काफ़ी निराश किया, क्योंकि वो कांग्रेस के प्रधान के अहुदेदार के तौर पर प्रधान के तौर पर घट बोलते नज़र आते सी। लीडर ऑफ द एपोजिशन जिस तरह बोल रहा होंगे, मुद्दे रख रहा होंगे, उहदे तौर के उत्ते उन्होंने बिहेवियर जिहड़ा वो ज़्यादा नज़र आता सी। जिहड़ी सरकार दे जिहड़ी रूल करती पार्टी के प्रधान की जो जिम्मेवारी होंदी आ कि गल्लां दा जवाब देना, वो जवाब नहीं सी दे रहे। क्वेश्चन जिहड़े आ होर नवे तो नवे जिहड़े आ वो खड़े कर रहे सी। सो मैनूं लग्गिया कि उन्हां दा ये जिहड़ा रवैया है बहुत गैर जिम्मेवाराना। ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ, ਕਿਉਂਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਗੱਲ ਸਪਸ਼ਟ ਹੋ ਗਈ। ਨਵਜੋਤ ਸਿੰਘ ਸਿੱਧੂ ਨੇ ਮੰਨ ਲਿਆ, ਜਿਹੜਾ ਹੈਗਾ ਪ੍ਰਧਾਨ ਬਣਦੇ ਸਾਰ ਹੀ ਮੰਨ ਲਿਆ ਕਿ 4.5 ਸਾਲ ਦੇ ਵਿੱਚ ਨਾ ਪੰਜਾਬ ਵਿੱਚ ਬੇਰੁਜ਼ਗਾਰੀ ਖਤਮ ਹੋਈ ਆ, 4.5 ਸਾਲ ਦੇ ਵਿੱਚ ਨਾ ਪੰਜਾਬ ਵਿੱਚ ਨਸ਼ੇ ਖਤਮ ਹੋਏ ਨੇ, 4.5 ਸਾਲ ਦੇ ਵਿੱਚ ਨਾ ਜਿਹੜਾ ਕਾਂਗਰਸ ਪਾਰਟੀ ਸਰਕਾਰ ਨੇ ਨਾ ਹੀ ਪੰਜਾਬ ਵਿੱਚ ਜਿਹੜਾ ਕਿਸਾਨ ਦਾ ਕਰਜ਼ਾ ਮਾਫ ਕੀਤਾ ਗਿਆ। ਡੱਲਾ ਸਾਹਿਬ, ਇੱਕ ਪਾਸੇ ਕੱਲ ਸਿੱਧੂ ਦੀ ਕੁਰਸੀ ਸੰਭਾਲ ਪ੍ਰੋਗਰਾਮ ਚੱਲ ਰਿਹਾ ਸੀ, ਮੈਨੂੰ ਲੱਗਦਾ ਕਿ ਉਹ ਪ੍ਰੋਗਰਾਮ ਹਜੇ ਮੁੱਕਿਆ ਵੀ ਨਹੀਂ ਸੀ ਤੇ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕਰਤੀ। ਡਾਕਟਰ ਦਲਜੀਤ ਸਿੰਘ ਚੀਮਾ ਪ੍ਰੈਸ ਕਾਨਫਰੰਸ ਕਰਦੇ ਨੇ, ਉਹ ਕਹਿੰਦੇ ਨੇ ਕਿ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਚਾਹੇ ਉਹ ਆਪ ਵਾਲੇ ਹੋਣ ਚਾਹੇ ਉਹ ਕਾਂਗਰਸ ਵਾਲੇ ਹੋਣ।
ਆਪ ਵਾਲੇ ਕਹਿੰਦੇ ਕਿ ਸਿੱਧੂ ਦੇ ਪ੍ਰਧਾਨ ਬਣਨ ਦੇ ਨਾਲ ਕੋਈ ਫਰਕ ਨਹੀਂ ਪਿਆ ਹੈਗਾ, ਗੱਲ ਉੱਥੇ ਦੀ ਉੱਥੇ ਹੀ ਹੈ, ਗੱਲ ਤਾਂ ਮੁੱਦਿਆਂ ਦੀ ਸੀ। ਕਿੱਦਾਂ ਵੇਖ ਰਹੇ ਹੋ? ਸਿੱਧੂ ਨੇ ਹਜੇ ਕੁਰਸੀ ਉੱਤੇ ਬੈਠੇ ਹੀ ਸੀ ਕਿ ਉਦੋਂ ਹੀ ਵਿਰੋਧੀਆਂ ਨੇ ਆਪਣੇ ਵੱਲੋਂ ਤੀਰ ਕਸਤੇ ਸਿੱਧੂ ਵੱਲ? ਦੇਖੋ ਹੁਣ ਸਾਰੇ ਨਿਸ਼ਾਨੇ ਸਿੱਧੂ ਵੱਲ ਜਾਣਗੇ, ਕੈਪਟਨ ਅਮਰਿੰਦਰ ਵੱਲ ਘੱਟ ਜਾਣਗੇ, ਕਿਉਂਕਿ ਅਕਾਲੀ ਦਲ ਨੂੰ ਵੀ ਪਤਾ ਹੈ, ਆਮ ਆਦਮੀ ਪਾਰਟੀ ਨੂੰ ਵੀ ਪਤਾ ਹੈ, ਢੀਂਡਸਾ ਗਰੁੱਪ ਸਾਰਿਆਂ ਨੂੰ ਪਤਾ ਹੈ ਕਿ ਸਿੱਧੂ ਹੁਣ ਕਾਂਗਰਸ ਦੇ ਪ੍ਰਧਾਨ ਬਣ ਗਏ ਤੇ 2022 ਚ ਸੰਭਾਵੀ ਚਿਹਰਾ ਵੀ ਸਿੱਧੂ ਰਹਿਣਗੇ। ਹੁਣ ਇਹਨਾਂ ਸਾਰਿਆਂ ਨੇ ਆਪਣੇ ਇਲਜ਼ਾਮਾਂ ਦਾ ਨੱਕਾ ਸਿੱਧੂ ਵੱਲ ਮੋੜਤਾ, ਕਿਉਂਕਿ ਸਾਰਿਆਂ ਨੂੰ ਪਤਾ ਹੈ ਵੀ ਸਾਡਾ ਸਿਆਸੀ ਤੌਰ ਤੇ ਪੰਗਾ ਸਿੱਧੂ ਨਾਲ ਪੈਣਾ ਹੈ। ਇਸ ਕਰਕੇ ਆਮ ਆਦਮੀ ਪਾਰਟੀ ਨੇ ਵੀ ਕੱਲ ਨਿਸ਼ਾਨਾ ਸਿੱਧੂ ਤੇ ਰੱਖਿਆ, ਅਕਾਲੀ ਦਲ ਨੇ ਵੀ ਨਿਸ਼ਾਨਾ ਸਿੱਧੂ ਤੇ ਰੱਖਿਆ। ਪਰ ਸਵਾਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ, ਵਾਅਦੇ ਪੂਰੇ ਹੁਣ ਸਾਰਿਆਂ ਨੂੰ ਪਤਾ ਕਿ ਮੁੱਖ ਮੰਤਰੀ ਨਹੀਂ ਕਰਨੇ ਆ, ਸਰਕਾਰ ਦਾ ਕੰਟਰੋਲ ਕਿਉਂਕਿ ਮੁੱਖ ਮੰਤਰੀ ਕੋਲੇ ਹੈ। ਇਸ ਕਰਕੇ ਇਹ ਸਿਆਸੀ ਦੁਚਿੱਤੀ ਪੰਜਾਬ 'ਚ ਪਈ ਰਹਿਣੀ ਹੈ। ਪਰ ਅਗਰ ਮੈਂ ਇਹ ਵੀ ਗਗਨ ਮਹਿਸੂਸ ਕਰਦਾ, ਅਗਰ 1-2 ਮਹੀਨੇ ਦੇ ਵਿੱਚ ਕੈਪਟਨ ਅਮਰਿੰਦਰ ਨੇ ਕੋਈ ਵੱਡੇ ਫੈਸਲੇ ਨਾ ਲਏ ਤਾਂ ਨਵਜੋਤ ਸਿੰਘ ਸਿੱਧੂ ਦੁਬਾਰਾ ਟਵੀਟਾਂ ਤੇ ਆ ਸਕਦਾ ਹੈ। ਨਵਜੋਤ ਸਿੰਘ ਸਿੱਧੂ ਦੁਬਾਰਾ ਟਵੀਟਾਂ ਤੇ ਆ ਸਕਦਾ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸਿੱਧੂ ਨੂੰ ਰਾਹੁਲ ਗਾਂਧੀ, ਪ੍ਰਿੰਕਾ ਗਾਂਧੀ ਔਰ ਸੋਨੀਆ ਗਾਂਧੀ ਨੇ, ਔਰ ਸਿੱਧੂ ਉਸ ਜ਼ਿੰਮੇਵਾਰੀ ਤੇ ਕਿਤੇ ਸਮਝੌਤਾ ਨਹੀਂ ਕਰੂਗਾ। ਜੋ ਮੈਨੂੰ ਲੱਗਦਾ ਹੈ ਸਿੱਧੂ ਪੂਰੀ ਵਾਹ ਲਾ ਦੂਗਾ ਵੀ ਇਹਨਾਂ 18 ਚੋਂ ਕਿੰਨੇ ਏਜੰਡੇ ਲਾਗੂ ਹੁੰਦੇ ਨੇ। ਤੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਹੁਣ ਜਿਹੜੇ ਬਾਕੀ ਮੰਤਰੀ ਨੇ ਉਹ ਵੀ ਹੁਣ ਇਸ ਗੱਲ ਨੂੰ ਸਮਝਦੇ ਹੋਣਗੇ ਵੀ ਕਿ ਹੁਣ ਸਿੱਧੂ ਵੀ ਕਾਫੀ ਰੁੱਖ ਆਪਣਾ ਸਖਤ ਕਰਨਗੇ ਮੁੱਦਿਆਂ ਤੇ। ਅਸਲ 'ਚ ਪ੍ਰਧਾਨ ਹੁਣ ਇਹਨਾਂ ਨੂੰ ਦਿਖੂਗਾ, ਸਾਡੇ ਮੰਤਰੀਆਂ ਨੂੰ ਵੀ। ਸਿੱਧੂ ਨੇ ਕਹਿ ਤਾ ਨਾ ਵੀ ਮੇਰਾ ਬਿਸਤਰਾ ਤਾਂ ਲੱਗਣ ਲੱਗਿਆ ਭਾਈ 15 ਅਗਸਤ ਤੋਂ ਪੰਜਾਬ ਭਵਨ 'ਚ, ਤੇ ਜੇ ਸਿੱਧੂ ਨੇ ਬਿਸਤਰਾ ਲਾ ਲਿਆ ਉਹਨੇ ਲਾ ਲੈਣਾ, ਉਹਨੂੰ ਆਦਤ ਹੈ। ਜਿਹੜੇ ਖਿਡਾਰੀ ਨੇ ਉਹ ਅਕਸਰ ਕੈਂਪ ਲਾਉਂਦੇ ਹੁੰਦੇ ਸੀ, ਕਦੇ ਆਸਟ੍ਰੇਲੀਆ 'ਚ ਕੈਂਪ ਲੱਗਣਾ ਹੈ, ਕਦੇ ਸਾਊਥ ਅਫਰੀਕਾ 'ਚ ਕੈਂਪ ਲੱਗਣਾ, ਕਦੇ ਵੈਸਟ ਇੰਡੀਜ਼ 'ਚ ਕੈਂਪ ਲੱਗਣਾ, ਤੇ ਸਿੱਧੂ ਨੇ ਬੜੇ ਕੈਂਪ ਲਾਏ ਆ। ਕਿੱਟ ਨਾਲ ਹੀ ਲੈ ਕੇ ਜਾਂਦਾ ਹੁੰਦਾ ਸੀ ਸਿੱਧੂ, ਤੇ ਸਿੱਧੂ ਦੀ ਕਹਿੰਦੇ ਅੰਮ੍ਰਿਤਸਰ 2-3 ਕਿੱਟਾਂ ਤਿਆਰ ਪਈਆਂ, ਤੇ 15 ਅਗਸਤ ਨੂੰ ਡੇਰਾ ਲਾ ਲੈਣਾ ਸਿੱਧੂ ਨੇ ਪੰਜਾਬ ਭਵਨ। ਔਰ ਬੜੀ ਚੰਗੀ ਗੱਲ ਹੈ, ਪੰਜਾਬ ਭਵਨ 'ਚ ਕਾਂਗਰਸ ਦਾ ਪ੍ਰਧਾਨ ਬੈਠਾ ਹੋਵੇ, ਉੱਥੇ ਰੌਣਕਾਂ ਆ ਜਾਣੀਆਂ ਪੰਜਾਬ ਭਵਨ। ਕਿਵੇਂ ਨਹੀਂ, ਜਿਹੜੇ ਲੋਕ ਕੰਮ ਰੋਕ ਲੈਂਦੇ ਆ ਕਿਵੇਂ ਰੁਕਣਗੇ ਜਦੋਂ ਪ੍ਰਧਾਨ ਦੇ ਦਫ਼ਤਰੋਂ ਟੈਲੀਫੋਨ ਜਾਊਗਾ ਆਮ ਲੋਕਾਂ ਦੇ ਜਾਇਜ਼ ਕੰਮ। ਆ ਪਟਵਾਰੀਆਂ ਦੇ ਦਫ਼ਤਰ ਹੋ ਗਏ, ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਹੋ ਗਏ, ਸਭ ਤੋਂ ਵੱਧ ਲੋਕ ਇੱਥੇ ਖੱਜਲ ਹੁੰਦੇ, ਜਾਂ 4-4 5-5 ਘੰਟੇ ਲੋਕ ਬਾਹਰ ਹੀ ਖੜੇ ਰਹਿੰਦੇ ਆ। ਹੁਣ ਮੰਤਰੀਆਂ ਨੂੰ ਵੀ ਸਿੱਧੂ ਨੇ ਕਹਿਤਾ ਵੀ ਜ਼ਰੂਰ ਭਾਈ ਆ ਜਾਓ ਪੰਜਾਬ ਭਵਨ, ਆਪਾਂ ਸਾਰੇ ਮੁੱਦੇ ਵਿਚਾਰੀਏ। ਸੋ ਹੁਣ ਮੰਤਰੀ ਵੀ ਸਰਗਰਮ ਹੋਣਗੇ, ਤੇ ਹੁਣ ਅਫਸਰ ਵੀ ਕੰਮ ਕਰਨਗੇ ਖਿੱਚ ਕੇ, ਕਿਉਂਕਿ ਪਹਿਲਾਂ ਸੁਨੇਹੇ ਲੱਗਦੇ ਸੀ, ਪਹਿਲਾਂ ਅਫਸਰਾਂ ਦੇ ਵਿੱਚ ਇਹ ਇੱਕ ਪ੍ਰਭਾਵ ਬਣ ਗਿਆ ਸੀ ਵੀ ਇਹ ਕੈਪਟਨ ਸਾਹਿਬ ਦਾ ਬੰਦਾ, ਇਹਦਾ ਕੰਮ ਕਰ ਦਿਓ। ਅਫਸਰਾਂ ਨੂੰ ਇਹ ਪ੍ਰਭਾਵ ਕਿਸੇ ਦਾ ਨਹੀਂ ਮੰਨਣਾ ਚਾਹੀਦਾ। ਅਫਸਰਾਂ ਨੂੰ ਇਮਾਨਦਾਰੀ ਦੇ ਨਾਲ, ਸਾਰੇ ਅਫਸਰ ਨਹੀਂ, ਕੁਝ ਅਫਸਰ ਤਾਂ ਬੜੇ ਦਲੇਰ ਨੇ। ਅੱਜ ਜਿਵੇਂ ਫਿਲਮਾਂ 'ਚ ਅਜੇ ਦੇਵਗਨ ਜਾਂ ਸਲਮਾਨ ਖਾਨ ਦਿਖਦਾ, ਉਹ ਪ੍ਰਵਾਹ ਨਹੀਂ ਕਰਦੇ ਕਿਸੇ ਲੀਡਰ ਦੀ, ਸੱਚ ਨੂੰ ਸੱਚ ਕਹਿੰਦੇ ਨੇ, ਝੂਠ ਨੂੰ ਝੂਠ। ਅਫਸਰ ਦਾ ਕੀ ਵਿਗੜੂਗਾ, ਵੱਧ ਤੋਂ ਵੱਧ ਬਦਲੀ ਕਰ ਦੇਣਗੇ ਨਾ, ਇਸ ਤੋਂ ਵੱਧ ਕੁਝ ਨਹੀਂ ਹੋ ਸਕਦਾ। ਇਸ ਕਰਕੇ ਅਫਸਰਾਂ ਦੇ ਬਹੁਤ ਅਫਸਰ ਦਲੇਰ ਹੈਗੇ ਨੇ ਜੀ, IAS ਅਫਸਰ, PCS ਅਫਸਰ, IPS ਅਫਸਰ, ਬਹੁਤ ਸਾਰੇ ਅਫਸਰ ਨੇ, ਕਈਆਂ ਨਾਲ ਕਈ ਵਾਰ ਗੱਲ ਹੁੰਦੀ ਤੇ ਬੜੇ ਦਲੇਰ ਨੇ। ਔਰ ਸਿਸਟਮ ਹੈ ਜਿਹੜਾ ਕਰਪਟ ਸਿਸਟਮ ਔਰ ਫਾਲਟੀ ਸਿਸਟਮ, ਨੁਕਸਦਾਰ ਸਿਸਟਮ, ਉਹ ਅਫਸਰਾਂ ਨੂੰ ਬਦਨਾਮ ਕਰਦਾ ਸੀ। ਕਿਉਂਕਿ ਬੜੇ ਅਫਸਰ ਨੇ ਜਿਹੜੇ ਆਪ ਦੁਖੀ ਨੇ ਗਗਨ, ਵੀ ਆ ਕਿਹੋ ਜਿਹੇ ਸਿਸਟਮ ਨੇ, ਇਹਨੂੰ ਦੁਰਸਤ ਕਰਨ ਵਾਲਾ ਕੋਈ ਬੰਦਾ ਆ ਜਾਏ। ਅਫਸਰ ਤਾਂ ਵੰਡਣਗੇ ਖੁਸ਼ੀਆਂ 'ਚ ਲੱਡੂ। ਸੋ ਹੁਣ ਅਫਸਰਸ਼ਾਹੀ ਵੀ ਦੇਖਿਓ ਖੁੱਲ੍ਹ ਕੇ ਮੈਰਿਟ ਦੇ ਆਧਾਰ ਤੇ ਕੰਮ ਕਰੂ, ਕਿਉਂਕਿ ਅਫਸਰਾਂ ਨੂੰ ਪਤਾ ਹੈ ਵੀ ਹੁਣ ਸਾਨੂੰ ਕਿਸੇ ਨੇ ਇਹ ਨਹੀਂ ਪੁੱਛਣਾ ਵੀ ਇਹਦਾ ਕੰਮ ਕਿਉਂ ਕੀਤਾ, ਕਿਉਂਕਿ ਪਹਿਲਾਂ ਇਹੀ ਚੱਲਦਾ ਰਹਿੰਦਾ ਸੀ ਵੀ ਉਹਦਾ ਬੰਦਾ ਜੀ, ਇਸ ਮੰਤਰੀ ਦਾ। ਇਹ ਬੜਾ ਕੁਝ ਹੁੰਦਾ ਪੋਲਿਟਿਕਸ ਦੇ ਵਿੱਚ, ਇਹ ਅਫਸਰਾਂ ਨੂੰ ਪਤਾ ਹੈ, ਆਮ ਲੋਕਾਂ ਨੂੰ ਸ਼ਾਇਦ ਥੋੜ੍ਹਾ ਜਿਹਾ ਘੱਟ ਪਤਾ ਹੋਵੇ, ਪਰ ਅਫਸਰ ਆਮ ਲੋਕ ਵੀ ਸਾਡੇ ਸਿਆਣੇ ਆ ਹੁਣ ਤਾਂ ਬੜੇ। ਬਿਲਕੁਲ। ਸੋ ਦੇਖੋ ਉਧਰ ਰਾਹੁਲ ਗਾਂਧੀ ਨੂੰ ਸਵਾਲ ਕਰਤਾ ਕਿਸੇ ਨੇ ਪਾਰਲੀਮੈਂਟ ਦੇ ਬਾਹਰ ਕੱਲ, ਕਹਿੰਦੇ ਜੀ ਤੁਹਾਡਾ ਪੰਜਾਬ 'ਚ ਸਿਆਸੀ ਮਸਲਾ ਹੱਲ ਹੋ ਗਿਆ। ਰਾਹੁਲ ਗਾਂਧੀ ਕਹਿੰਦਾ ਹੱਲ ਹੋ ਗਿਆ, ਵੀ ਸਿੱਧੂ ਦੇ ਕੁਰਸੀ ਸੰਭਾਲ ਪ੍ਰੋਗਰਾਮ 'ਚ ਕਹਿੰਦੇ ਦੇਖੋ ਕੈਪਟਨ ਅਮਰਿੰਦਰ ਗਏ, ਮਸਲਾ ਸਾਡਾ ਨਿਬੜ ਗਿਆ। ਇਹ ਰਾਹੁਲ ਗਾਂਧੀ ਦਾ ਦਿੱਲੀ ਤੋਂ ਬਿਆਨ ਸੀ। ਬਿਲਕੁਲ। ਸੋ ਇਹ ਜ਼ਰੂਰ ਹੈ ਕਿ ਹੁਣ ਕਿਤੇ ਨਾ ਕਿਤੇ ਹਾਈਕਮਾਨ ਦਾ ਫਾਰਮੂਲਾ ਜ਼ਰੂਰ ਪੰਜਾਬ ਦੇ ਵਿੱਚ ਕਾਮਯਾਬ ਹੋਇਆ ਹੈ। ਇਸ ਤੋਂ ਬਾਅਦ ਜਿਹੜਾ 18 ਸੂਤਰੀ ਫਾਰਮੂਲਾ ਜੇਕਰ ਉਹ ਕਾਮਯਾਬ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਸਰਕਾਰ ਬਣਾਉਣੀ ਕਾਂਗਰਸ ਦੇ ਲਈ ਸੌਖੀ ਹੋ ਸਕਦੀ ਹੈ 2022 ਦੇ ਵਿੱਚ। ਤੇ ਡੱਲਾ ਸਾਹਿਬ ਉਧਰ ਦੂਜੇ ਪਾਸੇ ਕਹਿੰਦੇ ਕਿ ਜਿਹੜੀ ਦੇਸ਼ ਦੀ ਸੰਸਦ ਸੀ
ਉਹ ਤਕਰੀਬਨ 4 ਦਿਨ ਤੋਂ ਲਗਾਤਾਰ ਨਹੀਂ ਚੱਲੀ, ਚੌਥਾ ਦਿਨ ਵੀ ਨਹੀਂ ਚੱਲ ਸਕਿਆ। ਪਰ ਕਿਸਾਨਾਂ ਦਾ ਦੂਜਾ ਦਿਨ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਰਿਹਾ। ਕਿਸਾਨਾਂ ਦੇ ਵੱਲੋਂ ਖੇਤੀਬਾੜੀ ਮੰਤਰੀ ਸੀ ਜਿਹੜਾ, ਉਹਨੇ ਵੀ ਅਸਤੀਫਾ ਦਿੱਤਾ ਕਿਸਾਨਾਂ ਵਾਲੇ ਨੇ। ਸੋ ਕਿਸਾਨਾਂ ਦੀ ਸੰਸਦ ਨੂੰ ਕਿੱਦਾਂ ਵੇਖ ਰਹੇ ਹੋ, ਕਿਉਂਕਿ ਦੂਜੀ ਤਾਂ ਚੱਲਣ ਨਹੀਂ ਦਿੱਤੀ ਜਾ ਰਹੀ ਹਜੇ ਤੱਕ? ਦੇਖੋ ਠੀਕ ਹੈ, ਕਿਸਾਨ ਆਪਣੇ ਵੱਲੋਂ ਹਰ ਹੀਲੇ ਗਗਨ ਜ਼ੋਰ ਅਜਮਾਇਸ਼ ਕਰ ਰਹੇ ਨੇ। ਕਿਸਾਨ ਸੰਸਦ ਹੈ ਔਰ ਵੱਡੀ ਗਿਣਤੀ 'ਚ ਕਿਸਾਨਾਂ ਨੂੰ ਸਮਰਥਨ ਵੀ ਹੈ। ਪਰ ਮੈਂ ਅੱਗੇ ਵੀ ਕਹਿਣਾ, ਮੈਂ ਵੀ ਬਹੁਤ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਕਈ ਤਰ੍ਹਾਂ ਦੇ ਸੁਝਾਅ ਪੇਸ਼ ਕੀਤੇ ਹੈ ਔਰ ਜਿਹੜੇ ਮੇਰੇ ਸੁਝਾਅ ਨੇ ਉਹਨਾਂ ਦਾ ਆਧਾਰ ਹੈ ਜਿਹੜਾ ਉਹ ਸਮਾਜਿਕ ਮਾਹੌਲ ਹੈ। ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਨੇ ਉਹਨਾਂ ਨੂੰ ਆਪਸ 'ਚ ਸਮਾਜਿਕ ਏਕਤਾ ਦਾ ਵੱਧ ਪ੍ਰਤੀਕ ਬਣਦੇ ਹੋਏ ਸਿਆਸੀ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੀਦਾ। ਦੇਖੋ ਕੱਲ ਨਵਜੋਤ ਸਿੰਘ ਸਿੱਧੂ ਨੇ ਸੱਦਾ ਦਿੱਤਾ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਖੁੱਲ੍ਹਾ ਸੱਦਾ, ਆਪਾਂ ਮਿਲ ਕੇ ਬੈਠੀਏ। ਸਿੱਧੂ ਕੋਲੇ ਵਿਜ਼ਨ ਹੈਗਾ, ਕਿਉਂਕਿ ਸਿੱਧੂ ਸਾਇੰਟਿਸਟਾਂ ਦੀ ਗੱਲ ਸੁਣਦਾ ਹੈ, ਸਿੱਧੂ ਖੇਤੀ ਵਿਗਿਆਨੀਆਂ ਦੀ ਗੱਲ ਸੁਣਦਾ ਹੈ, ਸਿੱਧੂ ਕੋਲੇ ਖੇਤੀ ਵਿਗਿਆਨੀਆਂ ਦੇ ਸੁਝਾਅ ਹੈਗੇ ਨੇ। ਇਹ ਨਹੀਂ ਵੀ ਇਕੱਲੇ ਸਿੱਧੂ ਨੂੰ ਹੀ ਸੁਝਾਅ ਦਿੰਦੇ ਨੇ ਸਾਡੇ ਵਿਗਿਆਨੀ, ਸਾਡੇ ਵਿਗਿਆਨੀਆਂ ਨੇ ਸਮੇਂ-ਸਮੇਂ ਤੇ ਵੱਖ-ਵੱਖ ਲੀਡਰਾਂ ਨੂੰ ਸੁਝਾਅ ਦਿੱਤੇ ਨੇ, ਵੱਖ-ਵੱਖ ਲੀਡਰਾਂ ਨੂੰ ਸੁਝਾਅ ਦਿੱਤੇ ਨੇ, ਪਰ ਸਾਡੇ ਲੀਡਰਾਂ ਨੇ ਗੰਭੀਰਤਾ ਹੀ ਨਹੀਂ ਦਿਖਾਈ। ਸਾਡੇ ਮੁਲਕ ਦੀ ਸਿਆਸਤ ਦੇਖੋ, ਸਾਡੇ ਸੂਬੇ ਦੀ ਸਿਆਸਤ, ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਹੁਣ ਵਾਈਸ ਚਾਂਸਲਰ ਲੱਗਣਾ ਹੈ। ਵਾਈਸ ਚਾਂਸਲਰ ਲੱਗਣ 'ਚ ਮੈਰਿਟ ਹੋਣੀ ਚਾਹੀਦੀ ਹੈ ਕਿ ਅਸੀਂ ਕੋਈ ਵਧੀਆ ਖੇਤੀਬਾੜੀ ਦਾ ਵਿਗਿਆਨੀ ਉੱਥੇ ਨਿਯੁਕਤ ਕਰੀਏ। ਸਾਡੇ ਇੱਥੇ ਕੀ ਹੋਣਾ ਵੀ ਪੋਲੀਟੀਕਲੀ ਕਿਹੜਾ ਬੰਦਾ ਜ਼ਿਆਦਾ ਕਨੈਕਟਡ ਹੈ ਸਾਡੇ ਨਾਲ, ਅਸੀਂ ਉਹਨੂੰ ਲਾ ਦਈਏ ਜੀ, ਆਪਣਾ ਬੰਦਾ ਵਾਈਸ ਚਾਂਸਲਰ ਲਾਉਣਾ ਜੀ। ਅਸੀਂ ਸਾਡੇ ਆਹ ਮਾਹੌਲ ਹੈ, ਅਸੀਂ ਇਹਦੇ ਤੋਂ ਬਾਹਰ ਆਉਣਾ। ਇਸੇ ਕਰਕੇ ਸਿੱਧੂ ਨੂੰ ਕਿਸਾਨਾਂ ਨੂੰ ਜਥੇਬੰਦੀਆਂ ਨੂੰ ਸੱਦਾ ਮਾਰਿਆ ਵੀ ਆਓ ਆਪਾਂ ਬਹਿ ਕੇ ਖੇਤੀਬਾੜੀ ਤੇ ਯੋਜਨਾ ਬਣਾਈਏ। ਸਾਡੇ ਪੰਜਾਬ 'ਚ ਛੋਟੇ-ਛੋਟੇ ਨਟ ਬਣਾਉਣ ਵਾਲੇ ਵੱਡੀਆਂ-ਵੱਡੀਆਂ ਚੌੜੇ ਟਾਇਰਾਂ ਵਾਲੀਆਂ ਗੱਡੀਆਂ 'ਚ ਘੁੰਮਦੇ ਆ, ਜਿਵੇਂ ਸਾਡੇ ਰੇਤੇ ਵਾਲੇ, ਆ ਸ਼ਰਾਬ ਦੇ ਕੰਮਾਂ ਵਾਲੇ, ਇਹਨਾਂ ਦੇ ਗੱਡੀਆਂ ਦੇ ਟਾਇਰ ਦੇਖ ਕੇ ਮੈਂ ਹੈਰਾਨ ਹੋ ਜਾਂਦਾ ਕਈ ਵਾਰੀ ਗਗਨ। ਐਡੇ ਚੌੜੇ ਟਾਇਰ, ਮੈਨੂੰ ਲੱਗਦਾ ਟੈਂਕਰਾਂ ਤੋਂ ਵੱਡੇ ਟਾਇਰ ਨੇ। ਹੁਣ ਕਿਸਾਨ ਉਤਪਾਦਨ ਹੈ ਸਾਡੇ ਕੋਲੇ ਇੰਨਾ ਉਤਪਾਦਨ ਹੈ, ਅਸੀਂ ਢੰਗ ਨਾਲ ਸਾਨੂੰ ਇੱਕ ਮੁੱਖ ਮੰਤਰੀ ਮਿਲ ਜੇ ਜਿਹੜਾ ਇਸ ਉਤਪਾਦਨ ਨੂੰ ਸਾਂਭਣ ਦੀ ਸਮਰੱਥਾ ਰੱਖਦਾ ਹੋਵੇ, ਤਾਕਤ ਰੱਖਦਾ ਹੋਵੇ, ਯੋਜਨਾ ਰੱਖਦਾ ਹੋਵੇ। ਲੈ ਜੋ ਮਰਜ਼ੀ ਕਰ ਲਓ ਪੰਜਾਬ 'ਚ ਤੁਸੀਂ ਗਗਨ, ਤੁਹਾਨੂੰ ਵਪਾਰ ਕਰਨਾ ਆਉਣਾ ਚਾਹੀਦਾ ਔਰ ਮੁੱਖ ਮੰਤਰੀ ਇਸ ਵਿਜ਼ਨ ਨਾਲ ਹੋਵੇ ਵੀ ਮੈਂ ਸੂਬੇ ਦਾ ਵਪਾਰ ਕਰਨਾ ਖੇਤੀਬਾੜੀ। ਸੋ ਮਿਲਣਾ ਚਾਹੀਦਾ। ਕਿੱਡੇ ਸਾਡੇ ਗਗਨ, ਸਾਡੇ ਪੰਜਾਬ 'ਚ ਇੰਨੇ ਸਫਲ ਕਿਸਾਨ, ਇੰਨੇ ਪ੍ਰੋਗਰੈਸਿਵ ਫਾਰਮਰ, ਇੰਨੇ ਅਗਾਂਹ ਵਧੂ ਕਿਸਾਨ। ਤੁਹਾਨੂੰ ਲੱਗਦਾ ਹੈ ਵੀ ਸਾਡੇ ਸੂਬੇ ਦੇ ਵਿੱਚ ਕੋਈ ਅਜਿਹੀ ਮਿਨਿਸਟਰੀ ਹੈ ਜਿਹੜੀ ਪ੍ਰੋਗਰੈਸਿਵ ਫਾਰਮਰਸ ਨਾਲ ਲਗਾਤਾਰ ਕੋਈ ਸਾਡਾ ਮੰਤਰੀ ਮਿਲਦਾ ਹੋਵੇ? ਸਾਡਾ ਮੰਤਰੀ ਕਦੀ ਪ੍ਰੋਗਰੈਸਿਵ ਫਾਰਮਰਸ ਨੂੰ ਮਿਲਿਆ ਗਗਨ? ਸਾਡਾ ਮੰਤਰੀ ਆ ਜਿਹੜਾ ਮਹੀਨੇ 'ਚ ਘੱਟੋ ਘੱਟ 15 ਦਿਨ ਪ੍ਰੋਗਰੈਸਿਵ ਫਾਰਮਰਾਂ 'ਚ ਰਹਿੰਦਾ ਹੋਵੇ, ਉਹ ਦੱਸਣ ਵੀ ਆਪਾਂ ਕਿਹੜਾ ਉਤਪਾਦਨ ਕਰੀਏ। ਸਾਡੇ ਪੰਜਾਬ 'ਚ ਇੰਗਲੈਂਡ ਦੇ ਫੁੱਲਾਂ ਦੇ ਬੀਜ ਬੀਜੀ ਜਾਂਦੇ ਨੇ, ਬੀਜ ਇੱਥੋਂ, ਫਲਾਵਰ ਸੀਡ ਇੱਥੋਂ ਜਾਂਦਾ, ਪੰਜਾਬ 'ਚੋਂ ਜਾਂਦਾ। ਹਨੀ ਐਕਸਪੋਰਟ 'ਚ ਦੇਖੋ ਅਸੀਂ ਕਿੱਥੇ ਖੜੇ ਹਾਂ ਪੰਜਾਬ ਵਾਲੇ। ਇੰਨਾ ਸਾਡੇ ਸ਼ਹਿਦ ਬਣ ਸਕਦਾ ਜਿਵੇਂ ਹਿਮਾਲਿਆ ਦੇ ਜੰਗਲਾਂ 'ਚ ਬਣਦਾ। ਮੈਡੀਸਨਲ ਪਲਾਂਟਸ ਦੀ ਖੇਤੀ ਅਸੀਂ ਪੰਜਾਬ 'ਚ ਜਿੱਥੇ ਮਰਜ਼ੀ ਲੈ ਜਾਈਏ, ਖੇਤੀਬਾੜੀ ਯੂਨੀਵਰਸਿਟੀ ਦੀਆਂ ਖੋਜਾਂ ਪੂਰੀ ਦੁਨੀਆ ਵਰਤਦੀ ਹੈ, ਕਿੱਡੇ ਸਾਡੇ ਸਾਇੰਟਿਸਟ ਨੇ। ਸੋ ਗੱਲ ਇੱਛਾ ਸ਼ਕਤੀ ਤੇ ਮੁੱਕ ਜਾਂਦੀ ਹੈ ਗਗਨ। ਇਹ ਗੱਲਾਂ ਸਿਰਫ ਕਰਨ ਵਾਲੀਆਂ ਨਹੀਂ। ਲੋਕ ਸੋਚਦੇ ਹੋਣੇ ਮੈਂ ਵੀ ਇਹਨਾਂ ਚੀਜ਼ਾਂ ਨੂੰ ਪੜ੍ਹਦਾ, ਵਿਚਰਦਾ, ਆਉਣਾ ਜਾਣਾ। ਖੇਤੀਬਾੜੀ ਦੀ ਪੱਤਰਕਾਰਤਾ ਦੀ ਸ਼ੁਰੂਆਤ ਖੇਤੀਬਾੜੀ ਯੂਨੀਵਰਸਿਟੀ ਤੋਂ ਕੀਤੀ, ਉੱਥੇ ਹੀ ਸੌਂਦੇ ਰਹੇ ਰਾਤਾਂ ਨੂੰ ਕਈ ਵਾਰ। ਤਾਂ ਖੇਤੀਬਾੜੀ ਦੇ ਖੂਹਾਂ ਤੋਂ ਸਮਝਿਆ ਕਿ ਪੰਜਾਬ ਦਾ ਪਾਣੀ ਕਿੱਥੇ ਆ, ਕਿੰਨੇ ਬਾਗ ਨੇ ਉੱਥੇ, ਕਿੰਨੀਆਂ ਫਸਲਾਂ ਨੇ। ਗਗਨ ਮੇਰੇ ਕੋਲੇ ਇੱਕ ਵੀਡੀਓ ਲਾਇਬ੍ਰੇਰੀ ਹੈ, ਉਹ ਪਹਿਲੇ ਸਮੇਂ 'ਚ ਨਾ ਟੇਪਾਂ ਹੁੰਦੀਆਂ ਸੀ, ਐਡੀਆਂ ਟੇਪਾਂ। ਸ਼ਾਇਦ ਹੀ ਕੋਈ ਫਸਲ ਹੋਵੇ ਜਿਹਦੀ ਮੈਂ ਵੀਡੀਓਗ੍ਰਾਫੀ ਨਾ ਕਰਾਈ ਹੋਵੇ। ਕੇਲਾ, ਅੰਬ, ਜਿੰਨਾ ਕੁ ਵੀ ਹੈ ਸਾਡੇ ਮਾੜਾ ਮੋਟਾ, ਲੀਚੀ, ਆੜੂ, ਅਮਰੂਦ, ਅੰਗੂਰ, ਕਣਕ, ਝੋਨਾ ਤਾਂ ਆਮ ਹੀ ਹੈ। ਹਲਦੀ, ਸਰੋਂ ਦੇ ਫੁੱਲ, ਫਲਾਰ ਸੀਡ, ਕਿੱਡਾ ਵੱਡਾ ਬਿਜ਼ਨਸ ਹੈ। ਜਿਹੜਾ ਸੂਰਜਮੁਖੀ ਦਾ ਤੇਲ ਹੁੰਦਾ ਉਹਨੂੰ ਕੀ ਕਹਿੰਦੇ, ਸਨਫਲਾਵਰ ਆਇਲ। ਬੜਾ ਕੁਛ ਹੈ ਪੰਜਾਬ ਦੇ ਵਿੱਚ ਜਿਹਦੇ 'ਤੇ ਅਸੀਂ ਐਡਾ ਵਪਾਰ ਕਰ ਸਕਦੇ ਹਾਂ। ਔਰ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਡਿਪਾਰਟਮੈਂਟ ਹੈ, ਡਿਪਾਰਟਮੈਂਟ ਆਫ ਐਗਰੀਕਲਚਰ ਇਕਨੋਮਿਕਸ। ਕਿੰਨੀਆਂ ਰਿਸਰਚਾਂ ਕੀਤੀਆਂ ਨੇ ਉਹਨਾਂ ਨੇ, ਮੈਨੂੰ ਹੁਣ ਯਾਦ ਨਹੀਂ। ਡਾਕਟਰ ਢਾਲੀਵਾਲ ਹੋਇਆ ਕਰਦੇ ਸੀ ਕਾਫੀ ਸਮਾਂ ਪਹਿਲਾਂ। ਮੈਂ ਤੁਹਾਨੂੰ ਪਿੱਛੇ ਲੈ ਜਾਂਦਾ, 2006, 7, 5, 6, 7 ਉਦੋਂ ਮੈਂ ਬਹੁਤ ਉੱਥੇ ਕੰਮ ਕੀਤਾ, ਖੇਤੀਬਾੜੀ 'ਤੇ ਬਹੁਤ ਰਿਪੋਰਟਿੰਗ ਕੀਤੀ। ਅਤੇ ਉਹ ਇੰਨੀਆਂ ਉਹਨਾਂ ਨੇ ਰਿਸਰਚਾਂ ਕੀਤੀਆਂ, ਖੋਜਾਂ ਕੀਤੀਆਂ। ਸਾਡੇ ਗੁਰਭਜਨ ਗਿੱਲ ਸਾਹਿਬ ਸੀ, ਰਿਟਾਇਰ ਹੋ ਗਏ, ਬੜੇ ਚੰਗੇ ਕਵੀ ਨੇ, ਰਾਈਟਰ ਨੇ। ਉਹ ਚੰਗੀ ਖੇਤੀ ਮੈਗਜ਼ੀਨ ਦੇ ਸੰਪਾਦਕ ਸੀ। ਕਿੰਨੀਆਂ ਅਗਾਂਹ ਵਧੂ ਖੋਜਾਂ ਛਪਦੀਆਂ ਸੀ, ਮੈਂ ਸਾਰੀਆਂ ਕਿਤਾਬਾਂ ਪੜ੍ਹਦਾ ਸੀ ਗਗਨ। ਪੰਜਾਬ 'ਚ ਫਲਾਂ ਦੀ ਕਾਸ਼ਤ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ, ਫੁੱਲਾਂ ਦੀ ਕਾਸ਼ਤ, ਸਬਜ਼ੀਆਂ ਦੀ ਕਾਸ਼ਤ ਦੀਆਂ ਕਿਤਾਬਾਂ ਪੜ੍ਹੀਆਂ।
ਸੌਣੀ ਦੀਆਂ ਫਸਲਾਂ ਪੜ੍ਹੀਆਂ, ਹਾੜੀ ਦੀਆਂ ਫਸਲਾਂ ਪੜ੍ਹੀਆਂ। ਪੜ੍ਹਨਾ ਚਾਹੀਦਾ ਨਾ। ਜਦੋਂ ਅਸੀਂ ਸੂਬੇ ਨੂੰ ਕੁਝ ਸੇਧ ਦੇਣੀ, ਉਸਾਰੂ ਕਰਨਾ ਹੈ, ਸਾਡਾ ਕਿਹੜਾ ਲੀਡਰ ਕਿਤਾਬ ਗੱਡੀ 'ਚ ਰੱਖ ਕੇ ਬਹਿੰਦਾ ਹੋਣਾ? ਇਹ ਇਸ ਪਾਸੇ ਸਾਨੂੰ ਇੱਕ ਵਿਜ਼ਨ ਨਾਲ ਅੱਗੇ ਵਧਣਾ ਪੈਣਾ ਹੈ। ਔਰ ਸਿੱਧੂ ਇਹ ਚੀਜ਼ਾਂ ਕਰਦਾ। ਸਿੱਧੂ ਕੋਲੇ ਬਹੁਤ ਸਾਇੰਟਿਸਟ ਜਾਂਦੇ ਆ, ਜਿਹੜੇ ਸਿੱਧੂ ਦੇ ਟਵੀਟ ਨੇ ਕੋਈ ਰੈਡੀਮੇਡ ਥੋੜ੍ਹੀ ਮਿਲਦੇ ਆ ਵੀ ਕਿਸੇ ਏਜੰਸੀ ਨੂੰ ਕਹਿਤਾ ਵੀ ਸਿੱਧੂ ਸਾਹਿਬ ਲਈ ਟਵੀਟ ਬਣਾ ਦਿਆ ਕਰੋ। ਸਿੱਧੂ ਆਪ ਮਿਹਨਤ ਕਰਦਾ ਹੈ। ਹਜੇ ਵੀ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿਸ਼ਿਆਂ 'ਤੇ ਜੋ ਮੈਨੂੰ ਪਤਾ ਲੱਗਿਆ 6-7 ਘੰਟੇ ਪੜ੍ਹਦਾ ਰਹਿੰਦਾ ਹੈ। ਗਗਨ, ਸੋ ਬਾਕੀ ਠੀਕ ਹੈ, ਇਸ ਪਾਸੇ ਬਹੁਤ ਸੋਚਣ ਦੀ ਲੋੜ ਹੈ ਸਾਡੀਆਂ ਸਾਰੀਆਂ ਹੀ ਸਰਕਾਰਾਂ ਨੂੰ। ਤੇ ਕਿਸਾਨ ਅੰਦੋਲਨ ਕਰ ਰਹੇ ਨੇ, ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਨਵਜੋਤ ਸਿੰਘ ਸਿੱਧੂ ਨੂੰ ਕਿ ਅਸੀਂ ਬਣਾਈਏ ਅਗਲੀ ਯੋਜਨਾ, ਕੀ ਅਸੀਂ ਇਕੱਠੇ ਹੋ ਕੇ ਕਰ ਸਕਦੇ ਹਾਂ। ਔਰ ਸਿਆਸੀ ਤੌਰ ਤੇ ਵੀ ਮੈਂ ਤਾਂ ਕਹਿੰਦਾ ਕਿਸਾਨ ਇਕੱਠੇ ਹੋ ਕੇ ਬਣਾਉਣ ਆਪਣੀ ਪਾਰਟੀ ਤੇ ਜਾਣ ਸਿੱਧੂ ਕੋਲੇ ਵੀ ਕਰ ਸਾਡੇ ਨਾਲ ਨਵਜੋਤ ਸਿੰਘ ਸਿੱਧੂ ਅਲਾਇੰਸ, ਦੇ ਸਾਨੂੰ 25 ਸੀਟਾਂ। ਤੇ ਰਾਹੁਲ ਗਾਂਧੀ ਅੱਗੇ ਵੀ ਸਵਾਲ ਖੜਾ ਹੋਵੇ ਕਿ ਰਾਹੁਲ ਗਾਂਧੀ ਜੀ ਛੱਡੋ 25 ਸੀਟਾਂ ਕਿਸਾਨਾਂ ਦੀ ਪਾਰਟੀ ਲਈ, ਆਉਣ ਪੰਜਾਬ ਦੀ ਵਿਧਾਨ ਸਭਾ 'ਚ 25 ਵਿਧਾਇਕ ਕਿਸਾਨ। ਦੇਖੋ ਫਿਰ ਖੇਤੀਬਾੜੀ ਪੰਜਾਬ ਦੀ ਕਿੱਧਰ ਨੂੰ ਜਾਂਦੀ ਹੈ। ਇਹ ਗੱਲਾਂ ਨਾਲ ਕੰਮ ਨਹੀਂ ਨਿਬੜਨਾ। ਇਹ ਸਾਡੀਆਂ ਪੋਲੀਟੀਕਲ ਪਾਰਟੀਆਂ ਨੂੰ, ਕਿਸਾਨਾਂ ਨੂੰ ਗੱਲ ਕਰਨੀ ਪੈਣੀ। ਕੀ ਨੁਕਸਾਨ ਹੈ ਇਹ 'ਚ? ਮੈਂ ਲਗਾਤਾਰ ਇਹ ਗੱਲਾਂ ਕਹਿ ਰਿਹਾ। ਸੁਣਾ ਵੀ ਦਿਓ ਗੱਲ। ਕਿਸਾਨ ਮਸਲਿਆਂ 'ਤੇ ਬਹੁਤ ਸਾਰੇ ਸਾਡੇ ਬਿਆਨ ਵੀ ਨੇ, ਸਾਰਿਆਂ ਨੇ ਵਿਰੋਧ ਕੀਤਾ। ਦੇਖੋ ਭਗਵੰਤ ਮਾਨ ਕਿੱਡਾ ਜ਼ੋਰ ਲਾ ਰਿਹਾ ਪਾਰਲੀਮੈਂਟ 'ਚ, ਇਹ 'ਚ ਕੋਈ ਦੋ ਰਾਏ ਨਹੀਂ। ਕੱਲ੍ਹ ਪ੍ਰਤਾਪ ਬਾਜਵਾ ਉਹਨਾਂ ਨੇ ਵੀ ਪ੍ਰੋਟੈਸਟ ਕੀਤਾ। ਅੱਜ ਦਿਖੇ ਨਹੀਂ ਮੈਨੂੰ ਪ੍ਰਤਾਪ ਬਾਜਵਾ, ਕੱਲ੍ਹ ਦਿਖੇ ਨਹੀਂ ਮੈਨੂੰ ਸਿੱਧੂ ਦੀ ਕੁਰਸੀ ਸੰਭਾਲ ਪ੍ਰੋਗਰਾਮ 'ਚ ਬਿੱਟੂ ਵਗੈਰਾ ਨਹੀਂ ਦਿਖੇ ਗਗਨ, ਹੈ ਨਾ? ਬਿਲਕੁਲ। ਮੈਨੂੰ ਲੱਗਦਾ ਪਾਰਲੀਮੈਂਟ 'ਚ ਗਏ ਹੋਣੇ ਸੈਸ਼ਨ 'ਚ। ਹੁਣ ਮਿਲ ਆਣਗੇ, ਵਧਾਈਆਂ ਦੇਣਗੇ। ਕਈ ਲੀਡਰ ਚੁੱਪ ਚਪੀਤੇ ਵਧਾਈਆਂ ਦੇ ਆਉਂਦੇ ਗਗਨ। ਬੜਾ ਵੱਡਾ ਜਿਹੜਾ ਸਾਡਾ ਨੁਕਸਾਨ ਆ APMC ਐਕਟ ਦੇ, ਉਹਦੇ ਤਹਿਤ ਅਸੀਂ ਕੱਲ੍ਹ ਵੀ ਬਹਿਸ ਕੀਤੀ ਸੀ, ਜਿਹੜਾ ਅਸੀਂ ਆਪਦਾ ਸਦਨ ਲਾਇਆ ਸੀ, ਤੇ ਅੱਜ ਵੀ ਅਸੀਂ ਉਹ ਬਹਿਸ ਉਹਦੇ ਤੇ ਕਰ ਰਹੇ ਹਾਂ। ਅੱਜ ਸਾਡੀ ਬਹਿਸ ਕੰਪਲੀਟ ਹੋ ਜੂਗੀ ਦੂਜੇ ਚਰਨ ਦੀ। ਉਹਦੇ ਦਾ ਅਸੀਂ ਅੱਜ ਕੱਢਣ ਤੋਂ ਬਾਅਦ ਅਸੀਂ ਅਗਲਾ ਜਿਹੜਾ 26 ਤਰੀਕ ਨੂੰ ਔਰਤਾਂ ਦਾ ਜਿਹੜਾ ਸਾਡਾ ਇੱਥੇ ਜਥਾ ਆਊਗਾ 26 ਤੇ 9 ਤਰੀਕ ਨੂੰ, ਉਹਦੇ 'ਚ ਅਸੀਂ ਅਗਲਾ ਕਾਨੂੰਨ ਤੇ 2 ਦਿਨ ਡਿਸਕਸ ਕਰਾਂਗੇ। ਇਸ ਤਰ੍ਹਾਂ ਇਕੱਲੇ ਕਾਨੂੰਨ ਤੇ ਅਸੀਂ ਡਿਸਕਸ ਕਰਕੇ ਤੇ ਉਹ ਲੋਕਾਂ ਨੂੰ ਆਰਗੇਨਾਈਜ਼ ਕਰ ਰਹੇ ਹਾਂ। ਲੋਕ ਅਵੇਅਰ ਨੇ ਸਾਡੇ ਨਾਲ, ਜਿੰਨੇ ਵੀ MP ਆਏ ਆ ਸਾਰਿਆਂ ਨੂੰ ਇਕੱਲੇ ਨੂੰ ਕਾਨੂੰਨ ਪੜ੍ਹਿਆ ਹੋਇਆ ਤੇ ਕਾਨੂੰਨ ਪ੍ਰਤੀ ਉਹ ਜਾਣਦੇ। क्वेश्चन सो मैनी क्वेश्चन। उन्होंने कहा था कि ऑलरेडी जो एग्रीकल्चर सेक्टर है वो क्राइसिस में है, आप उनके ऊपर एक और बम फोड़ रहे हैं, ये हमें पूरी तरह बर्बाद कर देगा, आपको क्या आवश्यकता है इसकी। ये था शुगर केन का पिछले कितनी सालों से पेमेंट नहीं मिला, बकाया है, इसके बारे में प्रश्न था। आप बोलते थे अपनी इनकम 1.5 गुना करेंगे, अब तक कितनी बढ़ाई है आपने। ये था आपने रोजगार किसानों के बच्चों को कितना दिया। तो इस तरह के बहुत से प्रश्न थे, एक भी उत्तर का वो जवाब नहीं दे सकते। ਅਸੀਂ ਕੋਸ਼ਿਸ਼ ਕੀਤੀ ਹੈ ਕਿ ਬਿਲਕੁਲ ਜਿਹੜੀ ਇਲੈਕਟਡ ਸਾਡੀ ਪਾਰਲੀਮੈਂਟ ਹੈ ਲੋਕ ਸਭਾ ਕਨਸਟੀਟਿਊਸ਼ਨਲੀ ਬਿਲਕੁਲ ਉਸ ਤਰ੍ਹਾਂ ਦੀ ਕਾਰਵਾਈ ਅਸੀਂ ਇਸ ਕਿਸਾਨ ਸੰਸਦ ਦੇ ਵਿੱਚ ਚਲਾਈਏ। ਸਾਰਿਆਂ ਤੋਂ ਪਹਿਲਾਂ ਸਪੀਕਰ ਔਰ ਡਿਪਟੀ ਸਪੀਕਰ ਦੀ ਇਲੈਕਸ਼ਨ ਕੀਤੀ ਗਈ। ਡਿਪਟੀ ਸਪੀਕਰ ਨੇ ਚੇਅਰ ਸੰਭਾਲਣ ਤੋਂ ਬਾਅਦ ਜਿਹੜਾ ਬਿਜ਼ਨਸ ਔਰ ਪ੍ਰੋਸੀਜਰ ਦੇ ਵਿੱਚ ਜੋ ਇੱਕ ਪ੍ਰੋਵੀਜ਼ਨ ਹੈ, ਸਾਰਿਆਂ ਤੋਂ ਪਹਿਲਾਂ ਇੱਕ ਕੁਐਸਚਨ ਆਵਰ ਹੁੰਦਾ ਹੈ। 1 ਘੰਟਾ ਮਾਨਯੋਗ ਮੈਂਬਰ ਜੀ ਨੇ ਕੁਐਸਚਨ ਕੀਤੇ, ਜਿਹੜੇ ਇੱਥੇ ਸੋ ਕਾਲਡ ਸਰਕਾਰ ਦੇ ਕੰਸਰਨ ਮਿਨਿਸਟਰ ਸੀ, ਔਰ ਮੇਨਲੀ 95% ਕੁਐਸਚਨ ਰਿਲੇਟਡ ਟੂ ਦਾ ਐਗਰੀਕਲਚਰ। ਉਹ ਐਗਰੀਕਲਚਰ ਮਿਨਿਸਟਰ ਨੇ ਰਿਪਲਾਈ ਦੇਣੇ ਸੀ, ਉਹ ਇੱਕ ਵੀ ਸੈਟੀਸਫਾਈ ਰਿਪਲਾਈ ਨਹੀਂ ਦੇ ਸਕਿਆ। ਬਾਰ-ਬਾਰ ਉਹਦੀ ਰਿਪਲਾਈ ਦੀ ਹੂਟਿੰਗ ਹੁੰਦੀ ਰਹੀ। ਉਹ ਹਾਊਸ ਨੂੰ ਮਿਸਗਾਈਡ ਕਰਦਾ ਰਿਹਾ, ਸ਼ੇਮ ਦੇ ਨਾਅਰੇ ਲੱਗਦੇ ਰਹੇ। ਇੱਕ ਵਾਰੀ ਸਥਿਤੀ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਮਿਨਿਸਟਰ ਨੂੰ ਸ਼ਰਮਸ਼ਾਰ ਹੋਣਾ ਪੈ ਗਿਆ। ਉਹ ਕੁਐਸਚਨ ਆਵਰ ਦੇ ਵਿੱਚ ਹੀ ਆਪਣਾ ਰਿਜ਼ਾਈਨ ਕਰਤਾ ਉਸਨੇ। ਬਿਲਕੁਲ। ਸੋ ਜ਼ਰੂਰ ਹੈ ਕਿ ਜੋ ਪੰਜਾਬ ਦੀ ਸਿਆਸਤ ਉਹ ਵੀ ਨਾਲ ਚੱਲ ਰਹੀ ਹੈ। ਉੱਧਰ ਟੋਕੀਓ ਓਲੰਪਿਕਸ ਦੇ ਵਿੱਚ ਵੀ ਪੰਜਾਬੀਆਂ ਦੀ ਚੜ੍ਹਤ ਹੈ। ਟੋਕੀਓ ਓਲੰਪਿਕਸ ਦੇ ਵਿੱਚ ਜੋ ਕਪਤਾਨ ਨੇ ਹਾਕੀ ਟੀਮ ਦੇ, ਉਹ ਵੀ ਪੱਗ ਬੰਨ੍ਹ ਕੇ ਝੰਡਾ ਬਰਦਾਰ ਬਣੇ ਨੇ ਉੱਥੇ। ਇਹ ਪੰਜਾਬੀਆਂ ਦੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਸੋ ਜੇਕਰ ਪੰਜਾਬ ਦੇ ਵਿੱਚੋਂ ਅਜਿਹੇ ਖਿਡਾਰੀ ਦਿੱਤੇ ਜਾ ਸਕਦੇ ਨੇ ਤਾਂ ਪੰਜਾਬ ਦੇ ਵਿੱਚੋਂ ਬਹੁਤ ਕੁਝ ਨਿਕਲ ਸਕਦਾ, ਜੇਕਰ ਸਰਕਾਰਾਂ ਅਤੇ ਪ੍ਰਸ਼ਾਸਨ ਮਿਲ ਜੁਲ ਕੇ ਪੰਜਾਬ ਨੂੰ ਅੱਗੇ ਵਧਾਉਣ ਦੀ ਸੋਚ ਲੈਣ। ਸੋ ਜੋ ਵੀ ਕੁਝ ਪੰਜਾਬ ਦੀ ਸਿਆਸਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਚੱਲੇਗਾ, ਉਸ ਦੇ ਉੱਤੇ ਗੱਲਬਾਤ ਜਿਹੜੀ ਲਗਾਤਾਰ ਪ੍ਰੋਗਰਾਮਾਂ ਦੇ ਵਿੱਚ ਜਾਰੀ ਰਹੇਗੀ। ਬਿਲਕੁਲ। ਔਰ ਟੋਕੀਓ 'ਚ ਸਾਡੇ ਭਾਰਤੀ ਸਾਰੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਸ਼ੁਭ ਇੱਛਾਵਾਂ ਕਿ ਜਿੱਤ ਕੇ ਆਓ, ਭਾਰਤ ਦਾ ਝੰਡਾ ਬੁਲੰਦ ਕਰੋ। ਤੇ ਪੰਜਾਬ 'ਚ ਵੀ ਗਗਨ ਆਸ ਕਰਾਂਗੇ ਸਾਡਾ ਕੋਈ ਨਾ ਕੋਈ ਖਿਡਾਰੀ ਤਾਂ ਬਾਜੀ ਮਾਰ ਕੇ ਆਊਗਾ। ਤੇ ਜ਼ਰੂਰ ਸਾਡੇ ਪੰਜਾਬੀਆਂ ਦਾ ਫਰਜ਼ ਬਣਦਾ ਕਿ ਉਹਨਾਂ ਸਾਰਿਆਂ ਦੀ ਹੌਸਲਾ ਅਫਜ਼ਾਈ ਕਰੀਏ। ਉਂਝ ਮੈਂ ਇਸ ਗੱਲ ਦਾ ਵੀ ਹਾਮੀ ਹਾਂ ਕਿ ਇੱਕ ਖੇਡ ਪਾਲਿਸੀ ਨੌਕਰੀਆਂ ਦੀ ਬਣਨੀ ਚਾਹੀਦੀ ਹੈ। ਮੈਂ ਕਿੰਨੇ ਸਾਡੇ ਖਿਡਾਰੀ ਦੇਖਦਾ ਨੌਜਵਾਨ, ਕਿਸੇ ਨੇ ਏਸ਼ੀਅਨ ਖੇਡਾਂ 'ਚ 골ਡ ਮੈਡਲ ਜਿੱਤਿਆ, ਕਿਸੇ ਨੇ ਸ਼ੂਟਿੰਗ 'ਚ ਜਿੱਤਿਆ। ਬਹੁਤ ਸਾਡੇ ਪੰਜਾਬ 'ਚ ਨਾਮਵਰ ਖਿਡਾਰੀ ਹੈ, ਔਰ ਖੇਡ ਪਾਲਿਸੀ ਹੈ ਨਹੀਂ ਜਿਹਦੇ ਤਹਿਤ ਅਸੀਂ ਉਹਨਾਂ ਨੂੰ ਚੰਗੀਆਂ ਨੌਕਰੀਆਂ ਦੇ ਸਕੀਏ।
ਬੜੇ ਖਿਡਾਰੀ ਨੇ ਪੰਜਾਬ ਦੇ ਵਿੱਚ, ਕੋਈ ਬਾਕਸਿੰਗ 'ਚ ਹੈ, ਕੋਈ ਕਿਸੇ ਫੀਲਡ ਦੇ ਵਿੱਚ ਹੈ, ਤੇ ਉਹਨਾਂ ਦੇ ਲਈ ਨੌਕਰੀਆਂ ਦਾ ਉਸ ਤਰੀਕੇ ਦਾ ਪ੍ਰਬੰਧ ਹੈ ਨਹੀਂ। ਔਰ ਜ਼ਰੂਰ ਇਹ ਮੰਗ ਮੈਨੂੰ ਲੱਗਦਾ ਸਾਨੂੰ ਰੱਖਣੀ ਚਾਹੀਦੀ ਹੈ। ਔਰ ਸਾਡੀ ਇੱਕ ਵਿਦਿਆਰਥਣ ਹੈ ਖਿਡਾਰੀ ਮਲਾਇਕਾ ਗੋਇਲ, ਮੈਂ ਪੜ੍ਹ ਰਿਹਾ ਸੀ ਉਹਦੀ ਖਬਰ ਮੇਰੇ ਕੋਲੇ WhatsApp 'ਚ ਆਈ ਘੁੰਮ ਕੇ, ਉਹਨੇ ਕਿੰਨਾ ਕੁਝ ਜਿੱਤਿਆ ਜੀ। ਦੇਖੋ, 골ਡ ਮੈਡਲ ਜਿੱਤਿਆ ਕਾਮਨਵੈਲਥ ਗੇਮਸ ਗਲਾਸਗੋ ਜਿਹੜੀਆਂ ਹੋਈਆਂ ਸੀ 2014 'ਚ, ਉਹ 'ਚ ਸਿਲਵਰ ਮੈਡਲ ਜਿੱਤਿਆ। ਦੇਖੋ, ਛੋਟੀ ਛੋਟੀ ਉਮਰ ਦੇ ਇਹ ਵਿਦਿਆਰਥਣ ਮਲਾਇਕਾ ਗੋਇਲ। ਸੋ ਗੱਲ ਇੱਕ ਵਿਦਿਆਰਥਣ ਦਾ ਜ਼ਿਕਰ ਇਸ ਕਰਕੇ ਕੀਤਾ ਕਿ ਮੇਰੇ ਕੋਲੇ ਖਬਰ WhatsApp 'ਚ ਉਹਦੀ ਆਈ ਸੀ, ਮੈਂ ਪੜ੍ਹ ਰਿਹਾ ਸੀ। ਸਾਡੇ ਕਿੰਨੇ ਖਿਡਾਰੀ ਨੇ ਇਹਦੇ ਤੇ ਪਾਲਿਸੀ, ਕੱਲ੍ਹ ਨੂੰ ਭਾਵੇਂ ਪ੍ਰਗਟ ਸਿੰਘ ਬਣੇ ਖੇਡ ਮੰਤਰੀ, ਭਾਵੇਂ ਕੋਈ ਅਕਾਲੀ ਦਲ ਦਾ ਬਣੇ, ਭਾਵੇਂ ਕੋਈ ਆਮ ਆਦਮੀ ਪਾਰਟੀ ਦਾ ਬਣੇ, ਕੋਈ ਤੈਅ ਪਾਲਿਸੀ ਸਾਡੇ ਮੁਲਕ 'ਚ ਸਪੋਰਟਸ ਦੀ ਬਣੇ, ਸਾਡੇ ਪੰਜਾਬ 'ਚ ਸਪੋਰਟਸ ਦੀ ਬਣੇ ਕਿ ਅਸੀਂ ਵਿਦਿਆਰਥੀ ਜੀਵਨ 'ਚੋਂ, ਖੇਡਾਂ 'ਚੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਕਾਰੀ ਨੌਕਰੀਆਂ ਦਈਏ। ਭਾਵੇਂ ਹਰ ਸਾਲ ਸਿਰਫ 50 ਖਿਡਾਰੀਆਂ ਦੀ ਸਰਕਾਰੀ ਭਰਤੀ ਹੋਵੇ। ਇੱਕ ਸਾਲ 'ਚ ਕਿੰਨੇ ਹੋਏ ਜੀ? 50 ਸਾਡੇ ਹੁਨਰਵੰਦ 50 ਖਿਡਾਰੀਆਂ ਨੂੰ ਜੇ ਅਸੀਂ ਇੱਕ ਸਾਲ 'ਚ ਨੌਕਰੀਆਂ ਦਈਏ ਨਾ, ਤੇ ਸਾਡੇ 500 ਖਿਡਾਰੀ ਪੈਦਾ ਹੋ ਜਾਣਗੇ ਓਲੰਪਿਕ ਤੱਕ ਜਿੱਤਣ ਵਾਲੇ, ਹੌਸਲਾ ਅਫਜ਼ਾਈ ਹੋਵੇ ਉਹਨਾਂ ਦੀ। ਸੋ ਇਹਦੇ ਤੇ ਪਾਲਿਸੀ ਬਣਾਉਣ ਦੀ ਜ਼ਰੂਰਤ ਹੈ। ਬਿਲਕੁਲ। ਸੋ ਪੰਜਾਬ ਨੂੰ ਜ਼ਰੂਰਤ ਇਸ ਵਕਤ ਪਾਲਿਸੀਆਂ ਦੀ ਆ, ਨਾ ਕਿ ਗਰੰਟੀਆਂ ਜਾਂ ਵਾਅਦਿਆਂ ਦੀ। ਔਰ ਪਾਲਿਸੀਆਂ ਦੇ ਨਾਲ ਨਾਲ ਸਰਕਾਰੀ ਖਜ਼ਾਨੇ 'ਚ ਪੈਸਾ ਕਿਵੇਂ ਆਉਣਾ ਹੈ, ਸਰਕਾਰੀਕਰਨ ਨੂੰ ਮਜ਼ਬੂਤ ਕਰਨਾ ਹੈ। ਸ਼ਰਾਬ ਸਰਕਾਰੀ ਤੌਰ ਤੇ ਵਿਕੇ, ਐਕਸਾਈਜ਼ ਚੋਰੀ ਨਾ ਹੋਵੇ, ਰੇਤਾ ਸਰਕਾਰੀ ਤੌਰ ਤੇ ਵਿਕੇ, ਮਾਫੀਆ ਦੀ ਜੇਬ 'ਚ ਨਾ ਵਿਕੇ ਰੇਤਾ। ਇਸੇ ਤਰ੍ਹਾਂ ਸਰਕਾਰੀ ਕੇਬਲ ਬਣੇ, ਸਰਕਾਰ ਕੋਲੇ ਵੀ ਪੈਸੇ ਆਉਣ, ਪ੍ਰਾਈਵੇਟ ਕੇਬਲਾਂ ਚੱਲਦੀਆਂ ਰਹਿਣ, ਕਿਸੇ ਦਾ ਕੋਈ ਨੁਕਸਾਨ ਨਹੀਂ। ਬੱਸਾਂ ਸਰਕਾਰੀ ਮਜ਼ਬੂਤ ਹੋਣ, ਪ੍ਰਾਈਵੇਟ ਵੀ ਚੱਲਦੀਆਂ ਰਹਿਣ, ਮੁਕਾਬਲਾ ਹੋਵੇ, ਬਰਾਬਰ ਦਾ ਮੁਕਾਬਲਾ ਹੋਵੇ। ਔਰ ਖੇਤੀਬਾੜੀ 'ਚੋਂ ਅਸੀਂ ਲੱਖਾਂ ਕਰੋੜ ਰੁਪਏ ਕਮਾ ਸਕਦੇ ਹਾਂ, ਸਾਡੀ ਕਿਸਾਨੀ ਅਮੀਰ ਹੋ ਸਕਦੀ ਹੈ। ਬੜੀਆਂ ਯੋਜਨਾਵਾਂ ਸਾਡੇ ਸਾਇੰਟਿਸਟਾਂ ਕੋਲੇ ਪਈਆਂ ਨੇ। ਸਾਡਾ ਇੱਕ ਮੁੱਖ ਮੰਤਰੀ ਸਾਇੰਟਿਸਟਾਂ ਨੂੰ ਸੱਦ ਲਏ ਵੀ ਆ ਜਾਓ, ਆਪਾਂ ਪੰਜਾਬ ਦੀ ਖੇਤੀਬਾੜੀ ਦੀ ਮਾਰਕੀਟਿੰਗ ਕਰਨੀ ਹੈ। ਇੰਨੇ ਡਿਪਾਰਟਮੈਂਟ ਨੇ ਐਗਰੀਕਲਚਰ ਇਕਨੋਮਿਕਸ ਨਾਲ ਜੁੜੇ ਹੋਏ ਸਾਡੇ ਮਾਹਰ, ਬੜੀਆਂ ਯੋਜਨਾਵਾਂ ਨੇ। ਗੱਲ ਇਹ ਆ ਵੀ ਮੁੱਖ ਮੰਤਰੀ ਨੂੰ ਸਮਾਂ ਕੱਢਣਾ ਪੈਣਾ। ਬਿਲਕੁਲ। ਸੋ ਜ਼ਰੂਰ ਹੈ ਕਿ ਹਰ ਪਾਲਿਸੀ ਸਮਾਂ ਮੰਗੇਗੀ, ਹਰ ਪਾਲਿਸੀ ਇੱਕ ਵੱਡੇ ਦਿਮਾਗ ਮੰਗਦੀ ਹੈ, ਜਿਹੜੇ ਦਿਮਾਗ ਕਈ ਸਾਲਾਂ ਤੋਂ ਸੋਚ ਰਹੇ ਨੇ, ਤੇ ਉਹਨਾਂ ਦਿਮਾਗਾਂ ਦੀ ਸੁਣੀ ਜਾਣੀ ਚਾਹੀਦੀ ਹੈ। ਸੋ ਜੇਕਰ ਉਹ ਸੁਣੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਪੰਜਾਬ ਫਿਰ ਤੋਂ ਸੋਨੇ ਦੀ ਚਿੜੀ ਕਹਾਉਣ ਦੇ ਲਾਇਕ ਹੋ ਸਕਦਾ ਹੈ, ਜਿਸ ਪੰਜਾਬ ਦੇ ਵਿੱਚ ਹੁਣ ਬਹੁਤ ਵੱਡੀਆਂ ਘਾਟਾਂ ਮਹਿਸੂਸ ਕੀਤੀਆਂ ਜਾਂਦੀਆਂ ਨੇ। ਸੋ ਜੋ ਵੀ ਕੁਝ ਹੋਏਗਾ ਉਸ ਦੇ ਉੱਤੇ ਲਗਾਤਾਰ ਇਸੇ ਤਰ੍ਹਾਂ ਪ੍ਰੋਗਰਾਮਾਂ ਦੇ ਵਿੱਚ ਵਿਚਾਰ ਚਰਚਾ ਕਰਦੇ ਰਹਾਂਗੇ, ਸਰਕਾਰਾਂ ਤੇ ਪ੍ਰਸ਼ਾਸਨ ਨੂੰ ਸ਼ੀਸ਼ਾ ਵਿਖਾਉਂਦੇ ਰਹਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ।